ਸਤਿ ਸ਼੍ਰੀ ਅਕਾਲ ਜੀ ਦੋਸਤੋ, ਤੁਸੀਂ ਵੇਖ ਰਹੇ ਹੋ ਚੈਨਲ G98 ਤੇ ਮੈਂ ਨਰਮਲ ਸਿੰਘ ਪੰਡੋਰੀ। ਮੇਰੇ ਨਾਲ ਇਸ ਵੇਲੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੀ ਇੱਕ ਵਿਦਿਆਰਥਣ ਹੈ ਜਿਹੜੀ ਯੂਕਰੇਨ ਤੋਂ ਸਫ਼ਰ ਕਰਕੇ ਆਪਣੇ ਪਰਿਵਾਰ ਦੇ ਵਿੱਚ ਕੱਲ੍ਹ ਆਈ। ਰੂਸ ਦੇ ਵੱਲੋਂ ਯੂਕਰੇਨ 'ਤੇ ਹਮਲਾ ਕਰਨ ਤੋਂ ਬਾਅਦ ਉੱਥੋਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ, ਉਹਨਾਂ ਹਾਲਾਤਾਂ ਦਾ ਜਿਹੜਾ ਸੇਕ ਹੈ, ਸੰਤਾਪ ਹੈ, ਉਹ ਦੁਨੀਆ ਦੇ ਹਰ ਕੋਨੇ ਤੱਕ ਪਿਆ। ਸਾਡੇ ਵੀ ਜਿਹੜੇ ਬੱਚੇ ਨੇ ਇੱਧਰੋਂ ਪੰਜਾਬ ਤੋਂ, ਭਾਰਤ ਤੋਂ ਉੱਧਰ ਪੜ੍ਹਾਈ ਕਰਨ ਗਏ ਹੋਏ ਨੇ, ਉਹ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ। ਅਤੇ ਇਸੇ ਕਰਕੇ ਜਿਹੜੇ ਵਿਦਿਆਰਥੀ ਨੇ ਆਪਣੀ ਪੜ੍ਹਾਈ, ਆਪਣਾ ਕੈਰੀਅਰ ਸਾਰਾ ਕੁਝ ਵਿੱਚ ਛੱਡ ਕੇ ਉਹ ਵਾਪਸ ਪਰਤ ਰਹੇ ਨੇ। ਕੁਝ ਲੱਕੀ ਵਿਦਿਆਰਥੀ ਨੇ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਜਲਦੀ ਆ ਗਏ ਨੇ, ਅਤੇ ਬਹੁਤ ਸਾਰੇ ਵਿਦਿਆਰਥੀ ਅਜੇ ਉੱਧਰ ਸਾਡੇ ਫਸੇ ਵੀ ਹੋਏ ਨੇ। ਗੱਲ ਕਰਦੇ ਹਾਂ ਸਹਿਜਪ੍ਰੀਤ ਦੇ ਨਾਲ, ਕਿਵੇਂ ਦਾ ਰਿਹਾ ਯੂਕਰੇਨ ਤੋਂ ਇੰਡੀਆ ਤੱਕ ਦਾ ਸਫ਼ਰ ਅਤੇ ਕਿੱਦਾਂ ਦੇ ਉੱਥੇ ਹਾਲਾਤ ਨੇ। ਬਹੁਤ ਬਹੁਤ ਸਵਾਗਤ ਹੈ ਬੇਟੇ। ਥੈਂਕ ਯੂ ਅੰਕਲ। ਕਿਹੜੀ ਪੜ੍ਹਾਈ ਕਰਨ ਤੁਸੀਂ ਇੰਡੀਆ ਤੋਂ ਯੂਕਰੇਨ ਗਏ? ਮੈਂ MBBS ਮੈਡੀਸਿਨ ਕਰਨ ਗਈ ਸੀਗੀ ਯੂਕਰੇਨ। ਹਾਂਜੀ, 2 ਸਾਲ ਪਹਿਲਾਂ। 2 ਸਾਲ ਪਹਿਲਾਂ। ਹਾਂਜੀ। ਅੱਛਾ ਸਹਿਜਪ੍ਰੀਤ, ਅਟੈਕ ਤੋਂ ਬਾਅਦ, ਅਟੈਕ ਵਾਲੇ ਦਿਨ ਤੁਸੀਂ ਕਿੱਥੇ ਸੀ ਅਤੇ ਕਿੱਦਾਂ ਦੇ ਹਾਲਾਤ ਸੀ ਉੱਥੇ? ਹਾਂਜੀ, ਸੁਬਾਹ ਮਾਰਨਿੰਗ 24th ਅਟੈਕ ਹੋਇਆਗਾ 5 o'clock ਅਰਾਊਂਡ। ਅਤੇ ਉਸ ਤੋਂ ਬਾਅਦ ਮੇਰਾ ਉਸ ਦਿਨ ਹੀ ਮੇਰੀ ਟਿਕਟ ਸੀ, ਤਾਂ ਮੈਂ ਆਲਰੇਡੀ ਪ੍ਰੀਪੇਅਰਡ ਸੀ ਕਿ ਮੈਂ ਜਾਣਾਗਾ। ਬਟ ਮੇਰਾ ਅਲਾਰਮ ਮੈਨੂੰ ਫਸਟ ਲੱਗਿਆ 24 ਫਰਵਰੀ ਅਟੈਕ ਹੋਇਆ ਅਤੇ ਤੁਹਾਡੀ ਟਿਕਟ ਕਨਫਰਮ ਸੀ? ਇੰਡੀਆ ਦੀ ਕਿੱਥੇ? ਨਹੀਂ, ਮੇਰੀ ਅਮਰੀਕਾ ਦੀ ਟਿਕਟ ਕਨਫਰਮ ਸੀ। ਯੂਕਰੇਨ ਤੋਂ ਅਮਰੀਕਾ? ਹਾਂਜੀ, ਮੈਂ ਅਮਰੀਕਾ ਚੱਲੀ ਸੀਗੀ। ਠੀਕ ਹੈ। ਅਤੇ ਫਿਰ ਉਸ ਤੋਂ ਬਾਅਦ ਉਸੇ ਦਿਨ ਹੀ ਅਟੈਕ ਹੋ ਗਿਆ? ਉਸੇ ਦਿਨ ਹੀ। ਈਵਨ ਤਾਂ ਮੇਰੇ ਫੈਮਿਲੀ ਥੋੜ੍ਹਾ ਜਿਹਾ ਡਰਦੀ ਪਈ ਸੀ ਕਿ ਥੋੜ੍ਹੀ ਨਿਊਜ਼ ਆਉਣ ਲੱਗ ਗਈ ਸੀ ਨਾ ਕਿ ਅਟੈਕ ਵਗੈਰਾ ਮਤਲਬ ਹੋਊਗਾ। ਤਾਂ ਉਹਨਾਂ ਨੇ ਮੇਰੀ ਕੀਵ ਤੋਂ ਨਹੀਂ, ਖਾਰਕਿਵ ਤੋਂ ਹੀ ਕਰਾਤੀ ਸੀ ਟਿਕਟ ਕਿ ਇਹਨੂੰ ਈਜ਼ੀ ਹੋਵੇ ਜਾਣਾ ਉੱਥੋਂ। ਤਾਂ ਫਿਰ ਸੁਬਾਹ ਮਾਰਨਿੰਗ 5 o'clock ਬੋਮਬਿੰਗ ਸ਼ੁਰੂ ਹੋ ਗਈ। ਅਤੇ ਮੈਂ ਆਪਦੀ ਫਟਾਫਟ ਵਿੰਡੋ ਤੋਂ ਬਾਅਦ, ਕਿਉਂਕਿ ਇੱਕਦਮ ਵਾਈਬਰੇਟ ਹੋਇਆ ਸਭ ਕੁਝ, ਮੇਰੀ ਵਾਲਸ ਵਾਈਬਰੇਟ ਹੋਈ, ਮੇਰਾ ਬੈੱਡ ਵਾਈਬਰੇਟ ਹੋਇਆ ਅਤੇ ਉੱਤੋਂ ਸਾਊਂਡ ਇੰਨੀ ਆਈ। ਮੈਂ ਫਟਾਫਟ ਵਿੰਡੋ ਕੋਲ ਗਈ ਅਤੇ ਉੱਥੇ ਲਾਈਟਨਿੰਗ ਹੋ ਰਹੀ ਸੀ, ਪੂਰਾ ਧੂੰਆਂ ਆ ਰਿਹਾ ਸੀ, ਐਸ਼ਿਜ਼ ਹੋ ਰਹੀਆਂ ਸੀਗੀਆਂ। ਅਤੇ ਫਿਰ ਮੈਂ ਆਪਦੇ ਭਰਾ ਨੂੰ ਫੋਨ ਕੀਤਾ ਕਿ ਵੀਰੇ ਬੋਮਬਿੰਗ ਸਟਾਰਟ ਹੋ ਗਈ ਆ। ਫਿਰ ਮੈਨੂੰ ਕਹਿੰਦੇ ਪੈਨਿਕ ਨਾ ਕਰ। ਭਰਾ ਨੂੰ ਕਿੱਧਰ ਫੋਨ ਕੀਤਾ? ਇੰਡੀਆ। ਇੱਧਰ ਘਰ? ਹਾਂਜੀ। ਅੱਛਾ। ਅਤੇ ਮੈਂ ਕਿਹਾ ਕਿ ਮੈਨੂੰ ਲੱਗ ਰਿਹਾ ਕਿ ਅਟੈਕ ਸਟਾਰਟ ਹੋ ਗਿਆ। ਉਹ ਮੈਨੂੰ ਕਹਿੰਦੇ ਫਟਾਫਟ ਪੈਕ ਕਰ ਆਪਣਾ ਜੋ ਵੀ ਐਸੈਂਸ਼ੀਅਲ। ਯਾਨੀ ਸਭ ਤੋਂ ਪਹਿਲਾਂ ਜਦੋਂ ਤੈਨੂੰ ਖਤਰਾ ਲੱਗਿਆ ਅਤੇ ਫਿਰ ਵੀਰੇ ਦੀ ਯਾਦ ਆਈ? ਹਾਂਜੀ। ਮੈਂ ਫਟਾਫਟ ਉਹਨਾਂ ਨੂੰ ਫੋਨ ਕੀਤਾ ਅਤੇ ਮੈਂ ਕਿਹਾ ਕਿ ਬੋਮਬਿੰਗ ਹੋ ਰਹੀ ਆ। ਅਤੇ ਉਹ ਮੈਨੂੰ ਕਹਿੰਦੇ ਚਲੋ ਆਪਦੇ ਐਸੈਂਸ਼ੀਅਲਸ ਜੋ ਵੀ ਤੈਨੂੰ ਨੀਡ ਹੈਗੀ ਉਹ ਫਟਾਫਟ ਪੈਕ ਕਰ, ਖਾਰਕਿਵ ਏਅਰਪੋਰਟ ਚੱਲ ਜਾ। ਫਿਰ ਥੋੜ੍ਹੇ ਟਾਈਮ ਬਾਅਦ ਹੀ ਮੈਂ ਮਤਲਬ ਚੈੱਕ ਕੀਤੀ, ਮੇਰੀ ਫਲਾਈਟ ਹਜੇ ਚੱਲਦੀ ਪਈ ਆ। ਤਾਂ ਉਹਨਾਂ ਨੇ ਮੈਨੂੰ ਕਨਫਰਮੇਸ਼ਨ ਆ ਗਈ ਤੁਹਾਡੀ ਫਲਾਈਟ ਕੈਂਸਲ ਹੋ ਗਈ ਆ, ਖਾਰਕਿਵ ਏਅਰਪੋਰਟ ਹੀ ਬਰਨ ਹੋ ਚੁੱਕਿਆ ਗਾ। ਉਹਨਾਂ ਨੇ ਖਾਰਕਿਵ ਏਅਰਪੋਰਟ ਹੀ ਬਰਨ ਕਰਤਾ ਸੀਗਾ। ਰੂਸ ਵਾਲਿਆਂ ਨੇ ਯੂਕਰੇਨ 'ਤੇ ਹਮਲਾ ਸਭ ਤੋਂ ਪਹਿਲਾਂ ਏਅਰਪੋਰਟ 'ਤੇ ਕੀਤਾ ਅਤੇ ਏਅਰਪੋਰਟ ਬਰਨ ਕਰਤਾ ਸੀਗਾ। ਠੀਕ ਹੈ। ਹਾਂਜੀ। ਅਤੇ ਫਿਰ ਉਸ ਤੋਂ ਬਾਅਦ ਜਿਹੜੇ ਹਾਲਾਤ ਹੋਏ ਉਹਨਾਂ ਨੂੰ ਡਿਫਾਈਨ ਕਰੋ। ਹਾਂਜੀ, ਉਸ ਤੋਂ ਬਾਅਦ ਮੈਂ ਫਿਰ ਥੋੜ੍ਹੇ ਟਾਈਮ ਮੈਂ ਪੈਨਿਕ ਕੀਤਾ। ਫਿਰ ਮੈਨੂੰ ਧਿਆਨ 'ਚ ਆਇਆ ਕਿ ਮੇਰੇ ਕੋਲ ਪਾਣੀ ਵੀ ਖਤਮ ਹੋ ਚੁੱਕਿਆ, ਕਿ ਮੈਂ ਫਟਾਫਟ ਕਿ ਬਾਈ ਚਾਂਸ ਜੇ ਮੈਨੂੰ ਉੱਥੇ ਰਹਿਣਾ ਪੈ ਗਿਆ, ਫਿਰ ਫਟਾਫਟ ਆਪਣਾ, ਕਿਉਂਕਿ ਪਾਣੀ ਉੱਥੇ ਆਪਾਂ ਬਾਏ ਕਰ ਦਿਆਂਗੇ। ਅਤੇ ਮੈਂ ਫਟਾਫਟ ਪਾਣੀ ਭਰਨ ਚਲੀ ਗਈ, ਆਪਣੀ 2-3 ਬੋਟਲਸ ਰੱਖ ਲਈਆਂ ਆਪਦੇ ਕੋਲ ਕਿ ਮੈਂ ਥੋੜ੍ਹਾ ਸੇਫ ਸਾਈਡ 'ਤੇ ਰਹਾਂ। ਅਤੇ ਫਿਰ ਉਦੋਂ ਬਾਅਦ 'ਚੋਂ ਤਾਂ ਬੋਮਬਿੰਗ ਫਿਰ ਇਹੋ ਜਿਹੀ ਸਟਾਰਟ ਹੋਈ ਕਿ ਉਹ ਖਤਮ ਹੀ ਨਹੀਂ ਹੋਈ। ਥੋੜ੍ਹੇ ਟਾਈਮ ਬਾਅਦ ਬੋਮਬਿੰਗ ਸ਼ੁਰੂ ਹੁੰਦੀ ਰਹੀ। ਅਤੇ ਉਸ ਤੋਂ ਬਾਅਦ ਫਿਰ ਅਸੀਂ ਫਟਾਫਟ ਮੈਂ ਆਪਦੇ ਫਰੈਂਡਸ ਨੂੰ ਫੋਨ ਕੀਤਾ ਕਿ ਐਵੇਂ ਕਰਕੇ ਫਿਰ ਅਸੀਂ ਗਰੋਸਰੀ ਲੈਣ ਚਲੇ ਗਏ, ਖਾਣਾ ਪੀਣਾ ਲੈਣ ਚਲੇ ਗਏ। ਕਿਉਂਕਿ ਅਤੇ ਖਾਣੇ ਪੀਣ ਜਦੋਂ ਅਸੀਂ ਲੈਣ ਗਏ, ਲਾਈਨ ਬੜੀ ਲੰਬੀ ਸੀ। ਪੂਰਾ ਤੁਸੀਂ ਉੱਧਰਲੇ ਲੋਕਾਂ ਦੀ ਸੀ ਜਾਂ ਇੱਧਰ ਇੰਡੀਅਨ? ਸਭ ਤੋਂ ਜ਼ਿਆਦਾ ਉਹਨਾਂ ਦੇ ਲੋਕ ਦੀ ਸੀ, ਫਿਰ ਇੰਡੀਅਨ ਸਟੂਡੈਂਟਸ ਦੀ ਸੀਗੀ। ਕਿਉਂਕਿ ਉੱਥੇ ਇੱਕਦਮ ਅਟੈਕ ਸ਼ੁਰੂ ਹੋ ਗਿਆ ਅਤੇ ਸਟੋਰਸ ਜੋ ਸੀ, ਸਾਰੇ ਸਟੋਰਸ ਇੰਨੇ ਹੀ ਪੈਕਡ ਸੀ ਕਿ ਜਗ੍ਹਾ ਹੀ ਨਹੀਂ ਮਿਲਦੀ ਪਈ ਸੀ ਕਿ ਤੁਸੀਂ, ਸਾਨੂੰ ਆਲਮੋਸਟ 2 ਘੰਟੇ ਖੜ੍ਹ ਕੇ ਲਾਈਨ 'ਚ, ਉਸ ਤੋਂ ਬਾਅਦ ਸਾਨੂੰ ਫੂਡ ਮਿਲਿਆ। ਉਹ ਵੀ ਥੋੜ੍ਹਾ ਜਿਹਾ। ਹਾਂਜੀ, ਇਹ 24 ਫਰਵਰੀ ਪਹਿਲੇ ਦਿਨ ਦੀ। ਹਾਂਜੀ, ਅਸੀਂ ਥੋੜ੍ਹਾ ਲੈ ਲਿਆ ਕਿ ਉਹ ਵੀ ਸਾਨੂੰ ਪੂਰਾ, ਜਦੋਂ ਅਸੀਂ ਤੱਕ ਪਹੁੰਚੇ ਇੱਕਦਮ ਉਹ ਇੰਨਾ ਹੀ ਸਾਰੇ ਲੈ ਰਹੇ ਸੀ ਸਟੱਫ ਕਿ ਸਾਡੇ ਲਈ ਸਭ ਖਤਮ ਹੋ ਗਿਆ ਸੀ। ਥੋੜ੍ਹਾ ਜਿਵੇਂ ਇੱਕ ਚਿਪਸ ਬਚ ਗਏ, ਮਤਲਬ ਕਿ ਚੋਕਲੇਟਸ ਬਚ ਗਏ ਥੋੜ੍ਹੇ, ਉਹ ਵੀ ਜ਼ਿਆਦਾ ਨਹੀਂ, ਥੋੜ੍ਹੇ ਉਹੀ ਅਸੀਂ ਫਿਰ ਫਟਾਫਟ ਚੱਕਿਆ ਅਤੇ ਅਸੀਂ ਆਪਦੇ ਮਤਲਬ ਘਰ ਪਹੁੰਚੇ। ਉਸ ਤੋਂ ਬਾਅਦ 'ਚ ਤਾਂ ਸਾਨੂੰ ਅਲਾਰਮ ਆਇਆ ਕਿ ਮੈਂ ਆਪਦੇ ਬੇਸਮੈਂਟ 'ਚ ਜਾਓ, ਆਪਦੇ ਘਰਾਂ ਦੀ ਬੇਸਮੈਂਟ 'ਚ ਜਾਓ ਜਾਂ ਮੈਟਰੋ ਸਟੇਸ਼ਨ 'ਚ ਜਾਓ, ਬੰਕਰਸ ਹੋਈ। ਅਤੇ ਮੈਂ ਸੋਚਿਆ ਕਿ ਬੇਸਮੈਂਟ ਮਤਲਬ ਮੇਰੇ ਖੁਦ ਫੋਬੀਆ ਗਾ ਕਿ ਉਹ ਬਹੁਤ ਘੁੱਟੀ ਜਿਹੀ ਜਗ੍ਹਾ ਹੁੰਦੀ ਆ, ਉੱਥੇ ਪਾਈਪਸ ਹੁੰਦੀਆਂ ਆਲ ਦਾ ਟਾਈਮ। ਮੈਨੂੰ ਆਏ ਸੀ ਕਿ ਪਾਣੀ ਲੀਕ ਵਗੈਰਾ ਕਰਕੇ ਕਿ ਬਿਲਡਿੰਗ ਜੇ ਉਹ ਖਰਾਬ ਹੋਈ। ਤਾਂ ਮੈਨੂੰ ਸੇਫ ਲੱਗਿਆ ਕਿ ਮੈਂ ਮੈਟਰੋ ਸਟੇਸ਼ਨ ਜਾ ਕੇ ਬੈਠਾਂ। ਜਦ ਮੈਂ ਇੱਕਦਮ ਮੈਟਰੋ ਸਟੇਸ਼ਨ ਗਈ, ਉੱਥੇ ਬਹੁਤ ਜ਼ਿਆਦਾ ਲੋਕ, ਸਾਰੇ ਯੂਕਰੇਨੀਅਨ। ਇਹ ਜਿਹੜਾ ਸਫ਼ਰ ਕੀਤਾ, ਇਹ ਸਾਰਾ ਇਕੱਲੀ ਨੇ ਕਰਿਆ ਤੂੰ ਉੱਥੇ?
ਹਾਂਜੀ, ਹੋਰ ਬਾਕੀ ਸਟੂਡੈਂਟ ਕਿੱਥੇ ਸੀ ਬਾਕੀ ਤੁਹਾਡੇ ਨਾਲ? ਸਟੂਡੈਂਟਸ ਥੋੜ੍ਹੇ ਜਿਹੇ ਜਿਹੜੇ ਮੇਰੇ ਫਰੈਂਡ ਸੀਗੇ ਜਿਨ੍ਹਾਂ ਨੂੰ ਹੂੰ। ਮੈਂ ਮਤਲਬ ਅਸੀਂ 5-6 ਜਾਣੇ ਸੀਗੇ, ਤਾਂ ਅਸੀਂ ਇੱਕਦਮ ਕਿਉਂਕਿ ਇੰਨੀ ਪੈਨਿਕ 'ਚ ਤੁਸੀਂ ਸਭ ਨੂੰ ਕਾਲ ਨਹੀਂ ਕਰ ਸਕਦੇ, ਤੁਹਾਡੇ ਦਿਮਾਗ 'ਚ ਹੀ ਨਹੀਂ ਆਉਂਦਾ, ਜਿੰਨੇ ਵੀ ਤੁਹਾਨੂੰ ਐਂ ਮਿਲਦਾ ਕਿ ਗਰੁੱਪ ਮਿਲੇ ਤਾਂ ਤੁਸੀਂ ਜਾ ਕੇ ਉੱਥੇ ਪਹੁੰਚੋ। ਹੂੰ। ਫਿਰ ਸਾਨੂੰ ਉੱਥੇ ਮੈਟਰੋ ਸਟੇਸ਼ਨ ਸਾਡਾ ਗਰੁੱਪ ਇਨਕਰੀਜ਼ ਹੋਇਆ ਉੱਥੇ ਜਾ ਕੇ, ਕਿਉਂਕਿ ਹੋਰ ਵੀ ਇੰਡੀਅਨ ਸਟੂਡੈਂਟਸ ਬੈਠੇ ਸੀਗੇ, ਇੱਕਦਮ ਆਏ ਆਪਦੇ ਘਰਾਂ ਨੂੰ, ਫਲੈਟਸ ਨੂੰ ਛੱਡ ਕੇ। ਹੂੰ। ਫਿਰ ਅਸੀਂ ਉੱਥੇ ਮਤਲਬ ਸਾਰਾ ਕੁਛ ਬਹਿ ਕੇ ਆਪਦਾ ਡਿਸਕਸ ਕੀਤਾ। ਸਾਨੂੰ ਪਹਿਲਾਂ ਪੈਣ ਨੂੰ ਜਗ੍ਹਾ ਨਾ ਮਿਲੀ, ਅਸੀਂ ਮੈਟਰੋ ਦੇ ਵਿੱਚ? ਹਾਂਜੀ, ਕਿਉਂਕਿ ਉੱਥੇ ਹੂੰ। ਬਹੁਤ ਜ਼ਿਆਦਾ ਯੂਕਰੇਨ ਸਭ ਨੂੰ ਪਤਾ ਕਿ ਬਹੁਤ ਠੰਡੀ ਕੰਟਰੀ ਹੈ, ਬਹੁਤ ਜ਼ਿਆਦਾ, ਹੂੰ। ਕਿ ਤੁਸੀਂ ਉੱਥੇ ਬਾਹਰ ਪਾਣੀ ਸੁੱਟੋਗੇ ਬਰਫ਼ ਬਣ ਜਾਂਦੀ ਆ ਉਹ। ਅੱਛਾ। ਅਤੇ ਤੁਸੀਂ ਫਿਰ ਉਸ ਤੋਂ ਬਾਅਦ ਅਸੀਂ ਇੰਨੀ ਠੰਡੀ ਉਹਦੇ 'ਚ ਮੈਟਰੋ ਸਟੇਸ਼ਨ ਥੱਲੇ ਆਪਣੀ ਚਾਦਰ ਵਿਛਾ ਕੇ ਸੋਏ, ਅਤੇ ਹੂੰ। ਪਾਣੀ ਲਿੱਤਾ, ਥੋੜ੍ਹਾ ਜਿਹਾ ਖਾਣਾ ਸੀਗਾ। ਸਾਡਾ ਖਾਣਾ ਵੀ ਕਿੰਨਾ ਕੁ ਸੀਗਾ ਕਿ ਇੱਕ ਦਿਨ 'ਚੋਂ ਖ਼ਤਮ ਹੋਣ ਵਾਲਾ ਸੀਗਾ। ਹੂੰ। ਅਤੇ ਫਿਰ ਉਸ ਤੋਂ ਬਾਅਦ ਸਾਨੂੰ ਪੂਰਾ ਟਾਈਮ ਅਸੀਂ ਭੁੱਖੇ ਰਹੇ, ਸਾਨੂੰ ਕੋਈ ਵੀ ਪਾਣੀ ਤਾਂ ਸੀਗਾ, ਪਾਣੀ 'ਚ ਅਸੀਂ ਜ਼ਿੰਦਾ ਸੀ, ਕਹਿੰਦੇ ਹੋ ਕਿ ਜੇ ਕਿਸੇ ਹੌਲੀ ਭੁੱਖ ਲੱਗਣੀ ਪਾਣੀ ਪੀ ਲੈਣਾ, ਅਤੇ ਐਵੇਂ ਕਰਕੇ ਅਸੀਂ ਆਪਦਾ ਥੋੜ੍ਹੇ ਮਤਲਬ ਇੰਨੇ ਦਿਨ ਕੱਢੇ। ਮਤਲਬ ਇਹ ਜਿਹੜਾ ਇਹ ਸਮੇਂ ਦੌਰਾਨ ਭਾਰਤੀ ਐਮਬੈਸੀ ਨੇ ਕੋਈ ਤੁਹਾਡੇ ਨਾਲ ਕੋਈ ਹੈਲਪ ਕੀਤੀ ਜਾਂ ਤੁਸੀਂ ਕੰਟੈਕਟ ਕਰਿਆ ਉਹਨਾਂ ਨਾਲ? ਮੈਂ ਬੋਲਣਾ ਚਾਹੁੰਦੀ ਕਿ ਇੰਡੀਅਨ ਐਮਬੈਸੀ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ, ਹੂੰ। ਈਵਨ ਦੋ ਕਿ ਇਹ ਤਾਂ ਮੇਰੇ ਮਤਲਬ 20th ਨੂੰ ਜਿਵੇਂ ਬਾਕੀ ਸਾਰੀ ਐਮਬੈਸੀਜ਼ ਨੇ ਇਨਫੋਰਮ ਕਰਤਾ ਸੀ ਆਪਦੇ ਸਿਟੀਜ਼ਨ ਨੂੰ ਕਿ ਤੁਸੀਂ ਮੂਵ ਆਊਟ ਹੋ ਜਾਓ, ਹੂੰ। ਪਰ ਇੰਡੀਅਨ ਐਮਬੈਸੀ ਨੇ ਕੁਛ ਇਨਫੋਰਮ ਨਹੀਂ ਕੀਤਾ ਸਾਨੂੰ। ਅੱਛਾ। 20th ਹਾਂਜੀ 20th ਫੈਬ ਨੂੰ ਸਾਨੂੰ ਨੋਟੀਫਿਕੇਸ਼ਨ ਆਈ ਕਿ ਤੁਸੀਂ ਜੇ ਜਾਣਾ ਚਾਹੁੰਦੇ ਤਾਂ ਚੱਲ ਜਾਓ, ਜੇ ਜਾਣਾ ਚਾਹੁੰਦੇ ਜੇ ਹੋ। ਜਾਣਾ ਚਾਹੁੰਦੇ ਹੋ ਤਾਂ। ਹੂੰ। ਕੋਈ ਕਨਫਰਮੇਸ਼ਨ ਨਹੀਂ ਕਿ ਅਟੈਕ ਹੋਊਗਾ, ਕਿਉਂਕਿ ਜਿਵੇਂ ਮੈਂ ਕਾਫੀ ਪੜ੍ਹਿਆ ਸੀ, ਮੇਰੇ ਫਰੈਂਡਸ ਆ ਜਿਹੜੇ US ਸਿਟੀਜ਼ਨਸ ਆ, ਉਹ ਵੀ ਉੱਥੇ ਪੜ੍ਹਦੇ ਸੀਗੇ, ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਆ ਗਿਆ ਕਿ ਤੁਹਾਨੂੰ ਟਿਊਜ਼ਡੇ ਤੱਕ ਇੱਥੋਂ ਬਾਹਰ ਨਿਕਲਣਾ, ਜਿਵੇਂ ਮਰਜ਼ੀ ਕਰਕੇ ਬਾਹਰ ਨਿਕਲ ਜਾਓ ਇੱਥੋਂ। ਹੂੰ। ਉਹਨੂੰ ਐਮਬੈਸੀ ਨੇ ਉਹਨਾਂ ਨੂੰ ਕਲੀਅਰ ਚੀਜ਼ ਬੋਲੀ ਸੀ ਕਿ ਕੁਛ ਵੀ ਹੋਵੇ ਤੁਸੀਂ ਬਾਹਰ ਜਾਓ, ਵੇਅਰਐਜ਼ ਕਿ ਇੰਡੀਅਨ ਐਮਬੈਸੀ ਸਾਨੂੰ ਕੁਛ ਨਹੀਂ ਦਿੱਤਾ, ਸਾਨੂੰ ਥੋੜ੍ਹਾ ਨੋਟੀਫਿਕੇਸ਼ਨ ਦਿੱਤੇ ਕਿ ਤੁਸੀਂ ਜੇ ਜਾਣਾ ਚਾਹੁੰਦੇ ਹੋ ਤਾਂ ਚੱਲ ਜਾਓ। ਹੂੰ। ਅਤੇ ਅਸੀਂ ਜਾ ਵੀ ਨਹੀਂ ਪਾ ਰਹੇ ਸੀ, ਸਾਡੀ ਔਨਲਾਈਨ ਕਲਾਸਿਸ ਸੀਗੀਆਂ, ਪਰ ਫਿਰ ਵੀ ਮੇਰੇ ਪੇਰੈਂਟਸ ਸੋਚ ਰਹੇ ਕਿ ਫੋਰ ਦ ਸੇਫ ਟਾਈਮਿੰਗ ਤੂੰ ਚੱਲ ਜਾ ਇੱਥੋਂ, ਕਿ ਥੋੜ੍ਹੇ ਟਾਈਮ ਬਾਅਦ ਫਿਰ ਆ ਜਾਈਓ, ਬਟ ਉਦੋਂ ਤੱਕ ਹੀ ਅਟੈਕ ਹੋ ਗਿਆ। ਅੱਛਾ, ਉਹ ਉੱਧਰਲੀ ਜਿਹੜੀ ਇੰਡੀਅਨ ਐਮਬੈਸੀ ਦਾ ਤਾਂ ਜਿਹੜਾ ਵਿਵਹਾਰ ਆ ਤੁਸੀਂ ਦੱਸਿਆ ਬੜਾ ਨਿਰਾਸ਼ਾਜਨਕ ਰਿਹਾ ਹੈ ਨਾ, ਹਾਂਜੀ, ਅਤੇ ਉੱਧਰਲੀ ਗੌਰਮੈਂਟ ਨੇ ਕੁਝ ਕੀਤਾ ਹੋਵੇ? ਉੱਧਰਲੀ ਤੁਹਾਡੀ ਯੂਨੀਵਰਸਿਟੀ ਨੇ, ਕਾਲਜ ਨੇ? ਨਹੀਂ, ਸਾਡੀ ਯੂਨੀ ਨੇ ਇੰਨੀ ਸਾਡੀ ਹੈਲਪ ਨਹੀਂ ਕੀਤੀ, ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਵੀ, ਅਪੀਲ ਕੀਤੀ ਸਟੂਡੈਂਟ ਨੇ ਕਿ ਸਾਡੀ ਔਨਲਾਈਨ ਕਲਾਸਿਸ ਕਰ ਦਿਓ, ਅਤੇ ਜੇ ਔਨਲਾਈਨ ਕਲਾਸਿਸ ਨਹੀਂ ਹੋਣਗੀਆਂ ਤਾਂ ਐਬਸੈਂਸ ਲੱਗਣਗੀਆਂ ਤਾਂ ਸਾਰੀ ਪੜ੍ਹਾਈ ਖਰਾਬ ਹੋਊਗੀ ਉਹੀ ਕਲਾਸਿਸ ਵਿੱਚ ਦੀ। ਅਤੇ ਉੱਤੋਂ ਹੈਵੀ MBBS ਆ, ਕੋਈ ਨੋਰਮਲ ਸਟੱਡੀ ਨਹੀਂ ਹੈਗੀ ਕਿ ਜੋ ਤੁਸੀਂ ਬਾਅਦ 'ਚੋਂ ਆਪਦਾ ਕਵਰ ਅਪ ਕਰ ਲਓ। ਅਤੇ ਫਿਰ ਉਸ ਤੋਂ ਬਾਅਦ ਸਾਨੂੰ ਐਵੇਂ ਸੀ ਕਿ ਡਰ ਸੀ ਕਿ ਉਹਦੀ ਸਟੱਡੀ ਨਾ ਲੈਕ ਹੋ ਜਾਏ, ਸਾਡੀ ਪਿੱਛੇ ਸਾਡਾ ਕਰੀਅਰ ਆ ਗਾ ਸੇਕ 'ਤੇ, ਤਾਂ ਅਸੀਂ ਕੋਈ ਵੀ ਉਹ ਲੈਣਾ ਨਹੀਂ ਚਾਹੁੰਦੇ ਸੀਗੇ ਓਪਰਚੁਨਿਟੀ ਕਿ ਅਸੀਂ ਆਪਦੇ ਮਤਲਬ ਸਟੱਡੀਜ਼ ਨੂੰ ਪੁੱਟ ਬਿਹਾਈਂਡ ਕਰੀਏ। ਅੱਛਾ ਬੇਟੀ, ਇੱਕ ਆਮ ਵਰਗੇ ਹਾਲਾਤ ਹੁੰਦੇ ਨੇ ਹੈ ਨਾ, ਜਦੋਂ ਤੁਸੀਂ ਰਹਿ ਰਹੇ ਹੋ ਪੀਸਫੁੱਲ ਹੈ, ਤੁਸੀਂ ਸਟੱਡੀ ਕਰਦੇ ਹੋ, ਦੋਸਤਾਂ ਦੇ ਵਿੱਚ ਰਹਿੰਦੇ ਹੋ, ਅਤੇ ਅਚਾਨਕ ਕੋਈ ਕੰਟਰੀ ਕਿਸੇ ਕੰਟਰੀ 'ਤੇ ਅਟੈਕ ਕਰ ਦਿੰਦੀ ਹੈ ਨਾ, ਤੋਪਾਂ ਦੀ ਗੜਗੜਾਹਟ ਆ, ਟੈਂਕਾਂ ਦੀ ਗੜਗੜਾਹਟ ਆ, ਤੁਸੀਂ ਆਪਣਿਆਂ ਤੋਂ ਦੂਰ ਹੋ, ਬੇਗਾਨੇ ਮੁਲਕ ਦੇ ਵਿੱਚੋਂ, ਕਿਵੇਂ ਲੱਗਦਾ ਸੀ? ਉਹ ਹਾਲਾਤ ਕਿੱਦਾਂ ਦੇ ਸੀ ਫਿਰ? ਉਸ ਵੇਲੇ ਮਨ ਦੇ ਵਿੱਚ, ਮਾਇੰਡ ਦੇ ਵਿੱਚ ਕੀ ਹੋ ਰਿਹਾ ਸੀ? ਉਸ ਤੋਂ ਵੇਲੇ ਤਾਂ ਮੈਂ ਤਾਂ ਬਹੁਤ ਜ਼ਿਆਦਾ ਡਰ ਗਈ ਸੀ, ਕਿਉਂਕਿ ਕਦੇ ਨਾ ਹੀ ਇਹਨਾਂ ਸੁਣਿਆ ਗਾ, ਉੱਤੋਂ ਮੈਂ ਸਭ ਤੋਂ ਘਰ ਛੋਟੀ ਹਾਂ, ਥੋੜ੍ਹੀ ਜਿਹੀ ਪੈਂਪਰਡ ਆਂਗੀ, ਤਾਂ ਮੇਰੇ ਲਈ ਇਹ ਬੜੀ ਹੀ ਅਲੱਗ ਜਿਹੀ ਸਿਚੁਏਸ਼ਨ ਸੀਗੀ ਕਿ ਆ ਕੀ ਹੋ ਰਿਹਾ ਮੇਰੇ ਨਾਲ। ਤਾਂ ਉੱਤੋਂ ਮੈਂ ਇਕੱਲੀ ਕਦੇ ਮਤਲਬ ਐਵੇਂ ਕਦੇ ਕੁਛ ਮੰਮਾ ਥੋੜ੍ਹੇ ਟਾਈਮ ਨੂੰ ਮੰਮਾ ਨੂੰ ਬੁਲਾਉਣਾ, ਵੀਰੇ ਨੂੰ ਫ਼ੋਨ ਕਰਨਾ ਕਿ ਮੈਨੂੰ ਕੋਈ ਜ਼ਰੂਰਤ ਆ ਗਈ, ਤਾਂ ਮੇਰੇ ਲਈ ਇਹ ਬਹੁਤ ਹਾਰਡ ਸੀਗਾ। ਇਵੈਂਚੁਅਲੀ ਮੈਨੂੰ ਸਭ ਲਈ ਬਹੁਤ ਹਾਰਡ ਸੀ, ਪਰ ਮੈਨੂੰ ਲੱਗਦਾ ਮੇਰੇ ਲਈ ਕੁਝ ਜ਼ਿਆਦਾ ਹੀ ਹਾਰਡ ਸੀ ਇਹ ਚੀਜ਼। ਤਾਂ ਫਿਰ ਮੈਂ ਪੂਰਾ ਟਾਈਮ ਮਿਸਾਈਲ ਬੋਮਬਿੰਗ ਹੁੰਦੀ ਰਹਿੰਦੀ ਸੀ, ਤਾਂ ਕਦੇ ਸਾਡੇ ਸਾਹਮਣੇ ਕਾਫੀ ਵਾਰ ਆਇਆ ਹੋਇਆ ਕਿ 15 ਮੀਟਰ 'ਤੇ ਕੋਈ ਮਿਸਾਈਲ ਗਿਰੀ, ਤਾਂ ਉਹ ਪੂਰਾ ਸਾਨੂੰ ਸ਼ਿਵਰ ਹੀ ਕਰ ਗਈ ਇੱਕਦਮ। ਉਹ ਟਰੋਮਾ ਜਦੋਂ ਅਸੀਂ ਅੱਜ ਵੀ 15 ਕੁ ਮੀਟਰ 'ਤੇ? ਹਾਂਜੀ, 15 ਮੀਟਰ 'ਤੇ ਸਾਡੇ ਮਿਸਾਈਲ ਗਿਰੀ, ਅਤੇ ਉਹ ਹੁਣ ਜਦੋਂ ਅਸੀਂ ਕਾਰ 'ਚ ਵੀ, ਜਿਵੇਂ ਮੈਂ ਐਕਸਪਲੇਨ ਬਾਅਦ 'ਚੋਂ ਕਰੂੰਗੀ ਕਿ ਕਿਵੇਂ ਅਸੀਂ ਬਾਹਰ ਨਿਕਲੇ, ਬਟ ਜੋ ਵੀ ਸੀ ਅਸੀਂ ਬਹੁਤ ਉੱਥੇ ਬਹੁਤ ਸਕੇਅਰਡ ਸੀਗੇ ਸਾਤੋਂ ਆਪਦਾ। ਅੱਛਾ, ਰੂਮ ਦੇ ਵਿੱਚੋਂ ਮੈਟਰੋ ਦੇ ਵਿੱਚ ਆ ਗਏ ਤੁਸੀਂ? ਮੈਟਰੋ ਦੇ ਵਿੱਚ ਕਿੰਨੇ ਦਿਨ, ਉੱਥੇ ਕਿੰਨੀਆਂ ਰਾਤਾਂ ਰਹੇ ਹੋ? ਮੈਟਰੋ ਦੇ ਅਸੀਂ 24 ਤੋਂ ਲੈ ਕੇ 28 ਤੱਕ ਅਸੀਂ ਮੈਟਰੋ ਦੇ ਅੰਦਰ ਰਹੇ। 4 ਦਿਨ? ਹਾਂਜੀ। ਸਾਰੇ ਬਿਨਾਂ ਖਾਣਾ ਪੀਣਾ, ਬਿਨਾਂ ਪਾਣੀ? ਬਸ ਇੱਕ ਬਨਾਨਾ 'ਤੇ ਜੀ ਰਹੇ ਸੀ ਅਸੀਂ, ਹਰ ਰੋਜ਼ ਇੱਕ ਬਨਾਨਾ ਖਾ ਰਹੇ ਸੀਗੇ,
ਅੱਛਾ, ਪੂਰੇ ਦਿਨ 'ਚ। ਹਰ ਰੋਜ਼ ਇੱਕ ਕੇਲਾ? ਹਾਂਜੀ, ਸਿਰਫ ਇੱਕ ਬਨਾਨਾ ਖਾ ਰਹੇ ਸੀ ਸਾਰੇ ਵਿਦਿਆਰਥੀ? ਸਾਰੇ ਵਿਦਿਆਰਥੀ। ਉਹ ਕਿੱਥੋਂ ਆ ਰਹੇ ਸੀ ਕੇਲੇ, ਕੌਣ ਦੇ ਰਿਹਾ ਉਹ ਸੀ? ਥੋੜ੍ਹੇ ਬਹੁਤੇ ਤਾਂ ਸਾਡੇ ਏਜੰਟ ਸੀਗਾ, ਉਹਨਾਂ ਨੇ ਇੱਕ ਦਿਨ ਤਾਂ ਸਾਨੂੰ ਫੂਡ ਪ੍ਰੋਵਾਈਡ ਕੀਤਾ, ਉਹ ਵੀ ਇੱਕ ਬਨਾਨਾ ਕਿ ਤੁਸੀਂ ਖਾਓ। ਅਤੇ ਉਸ ਤੋਂ ਬਾਅਦ ਅਸੀਂ ਥੋੜ੍ਹੇ ਜੋ ਅਸੀਂ ਫਸਟ ਦਿਨ ਗਰੋਸਰੀ ਲਿੱਤੀ ਸੀਗੀ, ਉਹਦੇ ਨਾਲ ਕੱਟ ਰਹੀ ਸੀ ਇੱਕ ਬਨਾਨਾ ਖਾ ਕੇ, ਕਿ ਐਟਲੀਸਟ ਅਸੀਂ ਸਰਵਾਈਵ ਕਰ ਜਾਈਏ। ਅਤੇ ਉੱਤੋਂ ਹਰ ਵਾਰ ਆਏ ਹੁੰਦੇ ਸੀ ਕਿ ਸਾਨੂੰ ਬੋਮਬਿੰਗ ਹੁੰਦੀ ਸੀਗੀ ਤਾਂ ਸਾਨੂੰ ਡਰ ਲੱਗਦਾ ਸੀਗਾ, ਪੂਰਾ ਸਭ ਕੁਛ ਵਾਲ ਵਗੈਰਾ ਵਾਈਬ੍ਰੇਸ਼ਨ ਹੁੰਦੀ ਸੀ, ਹਿੱਲਦੀ ਜਾਂਦੀ ਸੀਗੀ ਸਭ ਕੁਛ। ਤਾਂ ਉਹ ਲਾਈਟਨਿੰਗ ਪੂਰਾ ਟਾਈਮ ਧੂੰਆਂ ਹੋਇਆ ਰਹਿਣਾ ਸੀਗਾ, ਅਤੇ ਟੈਂਕ ਆਏ ਉੱਧਰ ਜਾਂਦੇ ਸੀਗੇ, ਅਤੇ ਆਰਮੀ ਸਾਡੇ ਸਾਹਮਣੇ ਲੰਘ ਅਸੀਂ ਉਹ ਵੈਸੇ ਹੀ ਬਹੁਤ ਸਕੈਰਡ ਸੀਗੇ। ਫਿਰ 28 ਤੋਂ ਬਾਅਦ ਅਸੀਂ ਘਰ ਗੱਲ ਕੀਤੀ ਤਾਂ ਫਿਰ ਮੈਨੂੰ ਵੀਰੇ ਨੇ ਕਿਹਾ ਕਿ ਤੁਸੀਂ ਨਿਕਲ ਜਾਓ ਉੱਥੇ ਫਟਾਫਟ, ਕਿ ਹੁਣ ਤੁਹਾਡੀ ਇੰਡੀਅਨ ਹੈਲਪ ਕਰਨਗੇ ਨਹੀਂ ਕਰਨਗੇ, ਕਿਉਂਕਿ ਉਹ ਨਿਊਜ਼ ਕਾਫੀ ਆ ਰਹੀ ਸੀ 28 ਨੂੰ ਕਿ ਖਾਰਕਿਵ ਬਹੁਤ ਜ਼ਿਆਦਾ ਹੀ ਡਿਸਟਰੋਏ ਕਰ ਚੁੱਕੇ ਆ। ਕੀਵ ਤੋਂ ਬਾਅਦ ਖਾਰਕਿਵ ਜੋ ਬਹੁਤ ਜ਼ਿਆਦਾ ਡਿਸਟਰੋਏ ਮੇਨ ਕੀਤਾ ਟਾਰਗੇਟ ਖਾਰਕਿਵ ਹਾਂਜੀ, ਕਿਉਂਕਿ ਖਾਰਕਿਵ ਬਿਲਕੁਲ ਰਸ਼ੀਅਨ ਦੇ ਬਾਰਡਰ ਤੋਂ 15 ਕਿਲੋਮੀਟਰ ਦੂਰ ਹੈਗਾ, ਤਾਂ ਉਹ ਕਦੇ ਵੀ ਜੇ ਉਹਨਾਂ 'ਚ ਉਹ ਚਾਹਣ ਤਾਂ ਕਦੇ ਵੀ ਅੱਛਾ, ਉਹ ਤੁਸੀਂ ਰੂਸ ਦੀ ਹੱਦ ਤੋਂ 15 ਕਿਲੋਮੀਟਰ ਦੂਰ ਸੀ? ਹਾਂਜੀ, ਸਿਰਫ ਸਿਰਫ 15? 15। ਓਕੇ। ਅਤੇ ਉਹ ਆਰਾਮ ਨਾਲ ਜੇ ਵੀ ਚਾਹਣ ਨਾ ਤਾਂ ਉਹਨਾਂ ਦੀ ਪੂਰੀ ਆਰਮੀ ਸੈਂਡ ਕਰਕੇ ਖਾਰਕਿਵ ਆਰਾਮ ਨਾਲ ਲੈ ਸਕਦੇ ਸੀਗੇ। ਤਾਂ ਫਿਰ ਅਸੀਂ ਇੰਨੇ ਦਿਨ ਵੇਟ ਕੀਤੀ ਕਿ ਸਾਨੂੰ ਇੰਡੀਅਨ ਐਮਬੈਸੀ ਤੋਂ ਕੁਛ ਨੋਟੀਫਿਕੇਸ਼ਨ ਇਵੈਕੂਏਸ਼ਨ ਆਵੇ, ਕਿਉਂਕਿ ਕਾਫੀ ਉਦੋਂ ਬਾਅਦ 'ਚ ਹੋ ਰਿਹਾ ਸੀ ਨਾ ਕਿ ਇੰਡੀਅਨਸ ਨੂੰ ਇਵੈਕੂਏਟ ਕਰੋ, ਤਾਂ ਸਾਨੂੰ ਕੁਛ ਨਹੀਂ ਮਿਲਿਆ। ਫਿਰ ਅਸੀਂ ਖੁਦ 28 ਨੂੰ ਸੋਚਿਆ ਕਿ ਅਸੀਂ ਜੋ ਵੀ ਸਾਡਾ ਗਰੁੱਪ ਸੀਗਾ 20 ਬੱਚਿਆਂ ਦਾ ਸਾਡੇ ਨੋਨ 'ਚ ਹੀ ਸੀ, ਅਸੀਂ ਸੋਚਿਆ ਕਿ ਚਲੋ ਹੁਣ ਅਸੀਂ ਤੋਂ ਬਾਹਰ ਨਿਕਲਦੇ ਆਂਗੇ। ਅਤੇ ਫਿਰ ਅਸੀਂ ਸੋਚਿਆ ਸੁਬਾਹ 8 ਵਜੇ ਦੀ ਸਾਡੀ ਟ੍ਰੇਨ ਸੀ ਖਾਰਕਿਵ ਟੂ ਲਵੀਵ। ਅੱਛਾ। ਹਾਂਜੀ, ਤਾਂ ਫਿਰ ਅਸੀਂ ਸੁਬਾਹ ਮੋਰਨਿੰਗ ਜਦੋਂ ਉੱਠੇ ਉਦੋਂ ਬਹੁਤ ਮਿਸਾਈਲ ਹੋ ਰਹੀ ਸੀ, ਬਹੁਤ ਬੋਮਬਿੰਗ ਹੋ ਰਹੀ ਸੀ। ਸਾਨੂੰ ਆਏ ਨਹੀਂ ਸਮਝ ਆ ਰਹੀ ਸੀ ਅਸੀਂ ਕਿਵੇਂ ਜਾਈਏ, ਔਰ ਟੈਕਸੀ ਮਿਲ ਨਹੀਂ ਰਹੀ ਸੀ ਕਿਉਂਕਿ ਸਾਡੇ ਕੋਲ ਟ੍ਰੇਨ ਸਟੇਸ਼ਨ ਵੀ ਬਹੁਤ ਦੂਰ ਹੈਗਾ ਜਿੱਥੋਂ ਅਸੀਂ ਰਹਿੰਦੇ ਆਂਗੇ। ਤਾਂ ਫਿਰ ਉਸ ਤੋਂ ਬਾਅਦ ਅਸੀਂ ਦੇਖਿਆ ਹੌਲੀ ਹੌਲੀ ਕਿ ਕਿਵੇਂ ਵੀ ਕਰਕੇ ਅਸੀਂ ਨਿਕਲੀਏ ਇੱਥੋਂ। ਤਾਂ ਅਸੀਂ ਟੈਕਸੀ 2 ਘੰਟੇ ਦੀ ਬੁੱਕ ਕਰਾਈ, ਟੈਕਸੀ ਸਾਡੀ ਬੁੱਕ ਨਹੀਂ ਹੋ ਰਹੀ ਗੀ। ਫਿਰ ਅਸੀਂ ਜਿਵੇਂ ਵੀ ਕਰਕੇ ਟੈਕਸੀ ਲਿੱਤੀ, ਤਾਂ ਥੋੜ੍ਹੇ ਟਾਈਮ ਬਾਅਦ ਹੀ ਇੱਥੇ ਅਸੀਂ ਦੇਖ ਰਹੇ ਕਿ ਉੱਧਰੋਂ ਬੰਬ ਗਿਰ ਰਿਹਾ ਗਾ, ਆਹ ਬਿਲਡਿੰਗ ਫਟ ਗਈ ਆ ਸਾਡੇ। ਜਦ ਅਸੀਂ ਜਾ ਰਹੇ ਹਾਂ ਅਸੀਂ ਉਹ ਸਭ ਕੁਛ ਇਮੈਜਿਨ ਕਰ ਰਹੇ ਹਾਂ ਸਾਡੇ ਅੱਖਾਂ ਸਾਹਮਣੇ, ਜੋ ਲਾਈਕ ਕਿਸੇ ਨੇ ਨਾ ਦੇਖਿਆ ਨਹੀਂ ਹੋਊਗਾ ਕਦੇ, ਕਿਸੇ ਨੇ ਸੋਚਿਆ ਨਹੀਂ ਹੋ ਕਿ ਸਾਡੀ ਲਾਈਫ 'ਚ ਇਹ ਵੀ ਹੋਊਗਾ। ਅਸੀਂ ਬਿਲਡਿੰਗ ਬਰਨ ਹੁੰਦੀ ਦਿਖ ਰਹੀ ਆ, ਉਹ ਮਿਸਾਈਲ ਗਿਰ ਰਹੀ ਆ, ਅਤੇ ਅਸੀਂ ਕਈ ਵਾਰ ਤਾਂ ਸਾਡੇ ਨਾਲ ਇਹ ਵੀ ਹੋਇਆ ਵਿੱਚ ਦੀ ਜਾ ਰਹੇ ਹਾਂਗੇ ਪੂਰਾ। ਉਹ ਤਾਂ ਮੈਂ ਕਦੇ ਮੂਵੀਜ਼ 'ਚ ਹੀ ਦੇਖਿਆ ਸੀਗਾ ਕਿ ਆਰਮੀ ਵਾਲੀ 'ਚ ਕੀ ਐਵੇਂ ਕੁਛ ਹੁੰਦਾ ਗਾ, ਉਹ ਮੈਂ ਖੁਦ ਜਦੋਂ ਦੇਖਿਆ ਉਹ ਬੜਾ ਹੀ ਸ਼ੌਕਿੰਗ ਸੀ। ਖਾਰਕਿਵ ਤੋਂ ਕਿੱਥੇ ਗਏ ਫਿਰ? ਖਾਰਕਿਵ ਤੋਂ ਅਸੀਂ ਟ੍ਰੇਨ ਲਿੱਤੀ, ਅਸੀਂ ਲਵੀਵ ਗਏ। ਲਵੀਵ ਉੱਥੇ ਥੋੜ੍ਹਾ ਸੇਫੈਸਟ ਏਰੀਆ ਸੀ ਅਤੇ ਪੋਲੈਂਡ ਬਾਰਡਰ ਦੇ ਕੋਲੇ ਸੀਗਾ। ਠੀਕ ਹੈ। ਤਾਂ ਅਸੀਂ ਫਿਰ ਉਹ ਜਦੋਂ ਅਸੀਂ ਟ੍ਰੇਨ ਸਟੇਸ਼ਨ ਪਹੁੰਚੇ ਪੂਰਾ ਬੋਮਬਿੰਗ ਹੋ ਗਈ, ਇੱਧਰ ਉੱਧਰ ਸਾਰੇ ਲੋਕ ਭੱਜ ਰਹੇ ਹੈਗੇ, ਕਿਉਂਕਿ ਫਟਾਫਟ ਅਸੀਂ ਥੋੜ੍ਹਾ ਜਿਹਾ ਆਪਦਾ ਕੀਤਾ ਕਿ ਇੱਧਰ ਉੱਧਰ ਦੀ ਲੰਘੀਏ। ਫਿਰ ਅਸੀਂ ਟ੍ਰੇਨ ਪੂਰਾ ਆਪਦਾ ਟ੍ਰੇਨ 'ਚ ਆ ਕੇ ਬੈਠੇ, ਉੱਥੋਂ ਵੀ ਯੂਕਰੇਨ ਦੇ ਲੋਕ ਇੰਨੇ ਸੀਗੇ, ਉਹ ਸਾਨੂੰ ਸੀਟ ਨਹੀਂ ਮਿਲਦੀ ਪਈ ਸਾਨੂੰ ਬੈਠਣ ਨੂੰ, ਕਿਉਂਕਿ ਸਭ ਨੇ ਭੱਜਣਾ ਸੀਗਾ ਉਸ ਦਿਨ। ਮਤਲਬ ਫਸਟ ਨੂੰ ਬਹੁਤ ਹਾਈ ਅਲਰਟ ਹੋ ਗਿਆ ਸੀ, ਸੈਕਿੰਡ ਤਾਂ ਬਿਲਕੁਲ ਹੀ ਬੁਰਾ ਹਾਲ ਹੋ ਗਿਆ ਸੀ, ਪਰ ਫਸਟ ਵੀ ਬਹੁਤ ਜ਼ਿਆਦਾ ਕਰਾਊਡਡ ਪਲੇਸ ਸੀਗੀ ਉਹ। ਅਤੇ ਅਸੀਂ ਗਏ, ਫਿਰ ਅਸੀਂ ਥੋੜ੍ਹਾ ਜਿਹਾ ਟ੍ਰੇਨ ਲਿੱਤੀ ਤਾਂ ਅਸੀਂ ਸਿੱਧਾ ਉੱਥੇ ਗਏ ਲਵੀਵ। ਅੱਛਾ। ਹਾਂਜੀ, ਅਤੇ ਲਵੀਵ ਤੋਂ ਅੱਗੇ ਫਿਰ? ਲਵੀਵ ਤੋਂ ਫਿਰ ਅਸੀਂ ਬੁੱਕ ਕੀਤੀ ਟੈਕਸੀ। ਅਸੀਂ ਉਹ ਪੋਲੈਂਡ ਦੇ ਬਾਰਡਰ, ਉਹ ਸਾਨੂੰ ਕਹਿੰਦੇ ਕਿ ਉਹਨਾਂ ਨੇ ਟੈਕਸੀ ਸਾਨੂੰ ਪੋਲੈਂਡ ਦੇ ਬਾਰਡਰ ਤੱਕ ਨਹੀਂ ਛੱਡਣਾ। ਪੋਲੈਂਡ ਜਾਣ ਦਾ ਤੁਹਾਡਾ ਆਪਣਾ ਵਿਚਾਰ ਸੀ ਜਾਂ ਉੱਥੋਂ ਦੀ ਗੌਰਮੈਂਟ ਨੇ ਜਾਂ ਇੰਡੀਅਨ ਐਮਬੈਸੀ ਨੇ ਤੁਹਾਨੂੰ ਸੁਜੈਸਟ ਕੀਤਾ? ਨਹੀਂ, ਸਾਨੂੰ ਕੁਛ ਸੁਜੈਸ਼ਨ ਨਹੀਂ ਆਇਆ, ਬਸ ਸਾਨੂੰ ਇੱਕ ਐਡਵਾਈਜ਼ਰੀ ਨਹੀਂ ਹੁੰਦੀ ਕਿ ਜੋ ਆਪਾਂ ਦੇ ਦਿੰਦੇ ਹਾਂ ਕਿ ਤੁਸੀਂ ਇੱਥੇ ਆਹ ਵਾਲੇ 'ਚ ਤੁਹਾਡੇ ਅਸੀਂ ਓਪਨ ਕਰਤੇ ਆ ਇੰਡੀਆ ਸਟੂਡੈਂਟਸ ਲਈ, ਵੀ ਤੁਸੀਂ ਜਾ ਸਕਦੇ ਹੋ ਉੱਧਰ ਦੀ। ਪੋਲੈਂਡ ਸੀ। ਐਡਵਾਈਜ਼ਰੀ ਕਿਹਨੇ ਦਿੱਤੀ ਸੀ? ਇੰਡੀਅਨ ਐਮਬੈਸੀ ਨੇ? ਇੰਡੀਅਨ ਐਮਬੈਸੀ ਨੇ ਕੀਤਾ ਸੀ, ਰੂਟਸ ਬਣਾਏ ਸੀਗੇ ਕਿ ਤੁਸੀਂ ਇੱਥੋਂ ਲੰਘ ਸਕਦੇ ਹੋ, ਤੁਹਾਨੂੰ ਲੰਘਣ ਦਾ ਅਸੀਂ ਪਲਾਨ ਦੇ ਸਕਦੇ, ਪਰ ਤੁਹਾਨੂੰ ਇਵੈਕੂਏਟ ਨਹੀਂ ਕਰ ਸਕਦੇ ਸੀ। ਮੈਂ ਉਹਨਾਂ ਦਾ ਵੀ ਅੰਡਰਸਟੈਂਡ ਕਰਦੀ ਹਾਂ ਕਿ ਐਟ ਹੈਡ ਤੱਕ ਕਿ ਕੌਣ ਆਪਦੇ ਰਿਸਕ ਕਰਕੇ ਆਪਦੀ ਲਾਈਫ ਨੂੰ ਖੁਦ ਬੋਮਬਿੰਗ ਦੇ ਵਿੱਚ ਆਊਗਾ। ਬਟ ਫਿਰ ਉਸ ਤੋਂ ਬਾਅਦ ਤੇ ਲਵੀਵ ਤੋਂ ਫਿਰ ਪੋਲੈਂਡ ਦੀ ਹੱਦ ਤੱਕ ਕਿਵੇਂ ਆਏ ਤੁਸੀਂ? ਅਸੀਂ ਫਿਰ ਟੈਕਸੀ ਕਰਵਾਈ, ਹਾਫ ਵੇ 'ਚ ਉੱਥੇ ਆਏ ਪੋਲੈਂਡ ਦੇ ਬਾਰਡਰ ਦੇ 10 ਕਿਲੋਮੀਟਰ ਉਹਨਾਂ ਨੇ ਸਾਨੂੰ ਇੱਧਰ ਛੱਡ ਦਿੱਤਾ। ਫਿਰ ਅਸੀਂ 10 ਕਿਲੋਮੀਟਰ ਤੁਰ ਕੇ ਗਏ ਪੋਲੈਂਡ ਤੱਕ, ਬਾਰਡਰ ਤੱਕ। ਇਹ ਕਿੰਨੀ ਤਰੀਕ ਦੀ ਗੱਲ ਹੈ? ਇਹ ਹੈਗੀ ਆ 2 ਦੀ।
2 ਮਾਰਚ। ਹਾਂਜੀ, ਸਾਨੂੰ ਇੱਕ ਪੂਰਾ 24 ਆਰ ਲੱਗੇ ਟ੍ਰੇਨ 'ਚ ਜਾਣ ਤੱਕ, ਖਾਰਕਿਵ ਟੂ ਲਵੀਵ। ਖਾਰਕਿਵ ਤੋਂ ਲਵੀਵ ਤੱਕ ਗਏ। ਲਵੀਵ ਤੋਂ ਫਿਰ ਤੁਸੀਂ ਪੋਲੈਂਡ ਤੇ ਪੋਲੈਂਡ ਚ ਗਏ, ਅੱਛਾ, ਹਾਂਜੀ। ਜਿੱਥੇ ਤੁਹਾਨੂੰ ਟੈਕਸੀ ਨੇ ਛੱਡ ਦਿੱਤਾ ਉਸ ਤੋਂ ਅੱਗੇ ਪੋਲੈਂਡ ਜਿਹੜਾ ਸੀ ਉਹ 10 ਕਿਲੋਮੀਟਰ ਸੀ। ਹਾਂਜੀ, ਉਹ ਸਾਨੂੰ ਬਾਰਡਰ 'ਤੇ ਨਹੀਂ ਛੱਡਦੀ ਪਈ ਸੀ, ਸਾਨੂੰ 10 ਕਿਲੋਮੀਟਰ ਇੱਧਰ ਉਹਨੇ ਉਤਾਰਿਆ। ਫਿਰ ਅਸੀਂ ਖੁਦ 10 ਕਿਲੋਮੀਟਰ ਫਿਰ ਪੈਦਲ ਗਏ। ਹਾਂਜੀ, ਫਿਰ ਅਸੀਂ ਉਸ ਵੇਲੇ ਪੈਦਲ ਕੀ ਗਏ। ਕੀ ਸੀ, ਖਾਣ ਪੀਣ ਦਾ ਸਮਾਨ ਕੀ ਸੀ ਤੁਹਾਡੇ ਉਹ ਕੋਲ? ਸਾਡੇ ਕੋਲ ਪਾਣੀ ਸੀ, ਹੂੰ ਥੋੜ੍ਹੇ ਅਸੀਂ ਬ੍ਰੈਡ ਚੱਕ ਲਏ ਸੀ ਇੱਧਰ ਉੱਧਰੋਂ, ਬੱਚਿਆਂ ਨੇ ਦੇ ਤੇ ਸੀਗੇ ਹੂੰ ਕਿ ਫਿਰ ਉਸ ਤੋਂ ਬਾਅਦ ਉਹ ਕਿਉਂਕਿ ਤੁਰਨ ਦੀ ਵੀ ਹਿੰਮਤ ਨਹੀਂ ਹੈਗੀ ਸੀਗੀ, ਇੰਨੇ ਦਿਨ ਦਾ ਕੁਝ ਖਾਧਾ ਨਹੀਂ ਸੀਗਾ। ਬਸ ਸਿਰਫ ਆਏ ਸੀਗਾ ਕਿ ਆਪਦੀ ਜਾਨ ਬਚਾਉਣ ਲਈ ਕੌਣ ਕੀ ਨਹੀਂ ਕਰਦਾ ਗਾ। ਸਾਨੂੰ ਆਏ ਸੀ ਵੀ ਅਸੀਂ ਤੁਰ ਕੇ ਜਾਣਾ ਕਿ ਅਸੀਂ ਐਟਲੀਸਟ ਕ੍ਰੋਸ ਕਰ ਜਾਈਏ। ਹੂੰ ਅਤੇ ਫਿਰ ਅਸੀਂ 10 ਕਿਲੋਮੀਟਰ ਪੂਰਾ ਵੋਕ ਕੀਤੀ। ਫਿਰ ਉੱਥੇ ਕਿੰਨਾ ਲਾਈਨ ਸਮਾਂ ਲੱਗਿਆ ਉੱਥੋਂ ਤੁਰਨ? ਇਹ 10 ਕਿਲੋਮੀਟਰ ਦਾ ਜਿਹੜਾ ਸਫ਼ਰ ਸੀ ਕਿੰਨੇ ਸਮੇਂ 'ਚ ਤੈਅ ਕੀਤਾ? ਦਿਨ ਸੀ ਜਾਂ ਰਾਤ ਸੀ? ਅਸੀਂ ਦਿਨ ਸੀ, ਅਸੀਂ ਮੈਨੂੰ ਲੱਗਦਾ 1:30 ਮਿੰਟਸ ਅਸੀਂ ਬਹੁਤ ਐਵੇਂ ਤਾਂ ਐਕਟਿਵ ਬੱਚੇ ਹਾਂ, ਅਸੀਂ ਫਟਾਫਟ ਜਾ ਕੇ ਕਿ ਲਾਈਕ ਹਾਫ ਵੇ ਰਨ ਕੀਤਾ, ਹਾਫ ਵੇ। ਲੱਗਦਾ ਸੀ ਕਿ ਪਿੱਛੇ ਮੌਤ ਛੱਡ ਕੇ ਆ ਰਹੇ ਹੋ? ਹਾਂਜੀ, ਸਾਨੂੰ ਉਹਨੇ ਕਦਮਾਂ ਦੀ ਜਿਹੜੀ ਰਫ਼ਤਾਰ ਸੀ ਤੇਜ਼ ਕਰ ਦਿੱਤੀ। ਹਾਂਜੀ, ਉਹੀ ਇੱਕ ਡਰ ਸੀ ਮਨ ਦੇ ਇੱਕ ਵਿੱਚ, ਬਹੁਤ ਹੈ ਨਾ? ਜ਼ਿਆਦਾ ਡਰ ਸੀਗਾ ਕਿ ਇਹ ਕ੍ਰੋਸ ਕਰਨਾ ਹੀ ਪਊਗਾ। ਸਾਡੇ ਕੋਲ ਕੋਈ ਡੂ ਐਂਡ ਡਾਈ ਸਿਚੁਏਸ਼ਨ ਹੁੰਦੀ ਹੈ ਨਾ, ਕਿ ਸਾਡੇ ਕੋਲ ਕੋਈ ਚੋਇਸ ਨਹੀਂ ਹੈਗੀ ਕਿ ਅਸੀਂ ਆਰਾਮ ਨਾਲ ਵੋਕ ਕਰਕੇ ਜਾਈਏ। ਅਸੀਂ ਪੂਰਾ ਫਿਰ ਫਟਾਫਟ ਆਪਦਾ ਸਾਰੇ ਇਸ ਤੋਂ ਕੁਝ ਦਿਨ ਪਹਿਲਾਂ ਪੋਲੈਂਡ ਨੇ ਆਪਣੇ ਜਿਹੜਾ ਸੀਗਾ ਉਹ ਖੋਲ੍ਹ ਦਿੱਤੇ ਸੀ, ਹੈ ਨਾ? ਹਾਂਜੀ, ਥੋੜ੍ਹੇ ਦਿਨ ਪਹਿਲਾਂ ਖੋਲ੍ਹ ਦਿੱਤੇ ਸੀਗੇ। ਉੱਥੇ ਡਰ ਵੀ ਲੱਗਦਾ ਸੀ ਕਿਉਂਕਿ ਪੋਲੈਂਡ ਦੇ ਬਾਰਡਰ 'ਤੇ ਅਸੀਂ ਕੁਛ ਨਿਊਜ਼ ਐਂ ਵੀ ਸੁਣਦੇ ਸੀ ਕਿ ਸ਼ੂਟ ਵੀ ਕਰਦੇ ਪਏ ਹੈਗੇ। ਹਰ ਬਾਰਡਰਸ 'ਤੇ ਲੜਾਈ ਵੀ ਹੋ ਰਹੀ ਆ ਬੱਚਿਆਂ ਦੀ, ਜਾਂ ਉਹਨਾਂ ਨੂੰ ਬਹੁਤ ਜ਼ਿਆਦਾ ਨਿਊਜ਼ ਰੋਮਾਨੀਆ ਦੀ ਸੀ ਕਿ ਰੋਮਾਨੀਆ ਤੇ ਉੱਥੇ ਦੀ ਆਰਮੀ ਆ ਜਿਹੜੀ ਕੁੱਟਦੀ ਵੀ ਆ, ਹੈ ਨਾ? ਹਾਂਜੀ, ਕੁੱਟਦੀ ਵੀ ਆ। ਪੋਲੈਂਡ ਦਾ ਵੀ ਸੀਗਾ ਇੱਕ ਬਾਰਡਰ 'ਤੇ, ਪੋਲੈਂਡ ਦਾ ਸੀ ਜਿੱਥੇ ਉਹ ਕੁੱਟਦੇ ਸੀ। ਅਸੀਂ ਉਹ ਵਾਲੇ ਬਾਰਡਰ 'ਤੇ ਨਹੀਂ ਗਏ ਸੀਗੇ, ਅਸੀਂ ਜੋ ਵੀ ਲਵੀਵ ਦੀ ਸਾਈਡ ਬਾਰਡਰ ਸੀ ਉੱਥੇ ਗਏ ਸੀਗੇ। ਓਕੇ। ਹਾਂਜੀ, ਤਾਂ ਫਿਰ ਅਸੀਂ 10 ਕਿਲੋਮੀਟਰ ਚਲੇ ਗਏ। ਫਿਰ ਅਸੀਂ ਲਾਈਨ ਦੇਖੀ, ਬਹੁਤ ਲੰਬੀ ਸੀਗੀ ਉੱਥੇ। ਜਦੋਂ ਅਸੀਂ ਪੋਲੈਂਡ ਬਾਰਡਰ 'ਤੇ ਪਹੁੰਚੇ ਉੱਥੇ ਤਾਂ ਬਹੁਤ ਵੱਡੀ ਹੀ ਲਾਈਨ ਸੀਗੀ। ਸਾਰੀ ਲਾਈਨ ਇੰਡੀਅਨ ਸਟੂਡੈਂਟ ਦੀ ਸੀ? ਯੂਕਰੇਨ ਐਂਡ ਮਤਲਬ ਯੂਕਰੇਨ ਦੇ ਆਪਣੇ ਲੋਕ ਵੀ ਉੱਥੋਂ ਕਰ ਹਾਂਜੀ, ਰਹੇ ਉਹ ਸੀ? ਜਾ ਰਹੇ ਸੀਗੇ। ਜਿਵੇਂ ਮੋਸਟਲੀ ਫੀਮੇਲਸ ਜਾ ਰਹੀਆਂ ਸੀ ਕਿਉਂਕਿ ਮੇਲਸ ਨੂੰ ਅਲਾਊਡ ਨਹੀਂ ਸੀ ਯੂਕਰੇਨ ਛੱਡਣਾ, ਤਾਂ ਫੀਮੇਲਸ ਜਾਣ, ਦੇ ਬੱਚੇ। ਉੱਥੇ ਵੀ ਜਿਵੇਂ ਪਹਿਲਾਂ ਯੂਕਰੇਨ ਜਾ ਰਹੇ ਸੀ, ਫਿਰ ਇੰਡੀਅਨ ਜਾ ਰਹੇ ਸੀਗੇ। ਪਹਿਲਾਂ ਉਹ ਮਤਲਬ ਬਾਰਡਰ ਕ੍ਰੋਸ ਯੂਕਰੇਨ ਨੂੰ ਕਰਵਾ ਰਹੇ ਸੀ। ਯੂਕਰੇਨ ਦੀਆਂ ਔਰਤਾਂ ਤੇ ਬੱਚਿਆਂ ਨੂੰ ਅਲਾਓ ਸੀ ਕਿ ਉਹ ਛੱਡ ਕੇ ਜਾ ਸਕਦੇ ਹਾਂਜੀ, ਉਹ ਹਨ, ਛੱਡ ਕੇ ਜਾ ਜਿਹੜੇ ਸਕਦੇ ਆ। ਮਰਦ ਸੀ, ਪੁਰਸ਼ ਸੀ, ਉਹਨਾਂ ਨੂੰ ਸੀ? ਉਹਨਾਂ ਨੂੰ ਨਹੀਂ। ਤੁਸੀਂ ਉਹ ਵੇਖਿਆ ਹੋਣਾ ਆਪਣੇ ਤੋਂ, ਆਪਣੇ ਵਿਛੜਦੇ ਕਿਤੇ ਸੀ? ਹਾਂਜੀ, ਉਹ ਫਿਰ ਉਹ ਸਾਡੇ ਲਈ ਹੋਰ ਪੇਨਫੁਲ ਸੀਗਾ ਕਿਉਂਕਿ ਸਾਡਾ ਅਸੀਂ ਉੱਥੇ ਰਹਿੰਦੇ ਸੀਗੇ। ਮੈਂ ਉੱਥੇ ਆਪਦੇ 2 ਸਾਲ ਕੱਟਿਆ, ਤਾਂ ਮੈਨੂੰ ਮੇਰੀ ਪਲੇਸ ਲੱਗਦੀ ਸੀ, ਮੇਰਾ ਘਰ ਸੀ, ਮੇਰਾ ਸਮਾਨ ਸੀ ਉੱਥੇ, ਮੇਰਾ ਸਭ ਕੁਝ ਸੀਗਾ। ਉਹ ਸਭ ਕੁਝ ਛੱਡ ਕੇ ਜਾਣਾ, ਕਿਉਂਕਿ ਆਪਾਂ ਕਿਤੇ ਰਹਿੰਦੇ ਹਾਂ, ਆਪਾਂ ਉਹਨੂੰ ਆਪਦੀ ਜਗ੍ਹਾ ਬਣਾ ਲੈਂਦੇ ਹਾਂ। ਉੱਥੋਂ ਖਾਰਕਿਵ ਤੱਕ ਤੁਸੀਂ ਜੇ ਮਤਲਬ ਕਿ ਬਹੁਤ ਹੀ ਬਿਊਟੀਫੁਲ ਸੀਗਾ। ਮਤਲਬ ਉਹ ਸਿਟੀ ਨਾਲ ਮੈਨੂੰ ਨਹੀਂ ਲੱਗਦਾ, ਮੈਂ ਬਹੁਤ ਜਗ੍ਹਾ ਦੇਖੀਆਂ ਪਰ ਖਾਰਕਿਵ ਵਰਗੀ ਜਗ੍ਹਾ ਨਹੀਂ ਦੇਖੀ ਸੀ ਮੈਂ ਕਦੇ। ਕਿ ਉੱਥੇ ਲੋਕ ਹੀ ਬਹੁਤ ਪੀਸਫੁਲ ਸੀ, ਸਵੀਟ ਵੀ ਸੀਗੇ ਕਿ ਤੁਸੀਂ ਜੇ ਕੋਈ ਹੈਲਪ ਚਾਹੀਦੀ ਤਾਂ ਤੁਹਾਨੂੰ, ਤਾਂ ਸਾਡੇ ਨਾਲ ਮੈਟਰੋ 'ਤੇ ਵੀ ਕਾਫੀ ਇਹੋ ਜਿਹੇ ਸੀਗੇ ਕਿ ਜੋ ਪੂਰਾ ਟਾਈਮ ਰੋਂਦੇ ਰਹਿੰਦੇ ਸੀ ਕਿਉਂਕਿ ਉਹਨਾਂ ਨੇ ਆਪਦੇ ਬੱਚੇ, ਆਪਦੇ ਬੇਟੇ ਜਾਂ ਆਪਦੀ ਵਾਈਫ ਉਹਨਾਂ ਦੀ ਸੀਗੀ ਜੋ ਉੱਥੇ ਬੈਠੇ ਸੀਗੇ, ਉਹਨਾਂ ਤੋਂ ਵਿਛੜ ਕੇ ਬੈਠੇ ਸੀ ਉਹ। ਅਤੇ ਫਿਰ ਉਹ ਸਾਡੇ ਲਈ ਦੇਖਣਾ ਹੋਰ ਵੀ ਜ਼ਿਆਦਾ ਪੇਨਫੁਲ ਸੀ ਕਿ ਚਲੋ ਅਸੀਂ ਤਾਂ ਆਪਦੇ ਘਰ ਚੱਲ ਜਾਵਾਂਗੇ, ਇਹਨਾਂ ਨੇ ਨਹੀਂ ਆਪਦੇ ਘਰ ਜਾਣਾ ਕਿਉਂਕਿ ਇਹਨਾਂ ਦੇ ਘਰ ਹੀ ਬਰਨ ਹੋ ਰਹੇ ਹੈਗੇ। ਤਾਂ ਅੱਛਾ, ਉਹ ਜਿਹੜੇ ਹਾਲਾਤ ਸੀ ਤੁਸੀਂ ਦੇਖਿਆ, ਮਿਜ਼ਾਈਲ ਇੱਧਰ ਉੱਧਰ ਵਿਜਦੀ ਲੰਘ ਰਹੇ, ਹਾਂਜੀ, ਲੱਗਦਾ ਸੀ ਕਿ ਘਰ ਚਲੇ ਜਾਵਾਂਗੇ? ਨਹੀਂ, ਮੈਨੂੰ ਤਾਂ ਹੋਪ ਨਹੀਂ ਸੀ ਕਿ ਮੈਂ ਘਰ ਜਾਊਂਗੀ ਕਿਉਂਕਿ ਬਹੁਤ ਹੀ ਸਾਨੂੰ ਆਏ ਸੀ ਕਿ 24 ਘੰਟੇ ਬੋਮਬਿੰਗ ਹੁੰਦੀ ਰਹਿੰਦੀ ਆ, ਮਿਸਾਈਲ ਗਿਰਦੀ ਰਹਿੰਦੀ ਆ ਸਾਡੇ ਬਿਲਕੁਲ। ਜਿੱਥੇ ਮੈਂ ਰਹਿੰਦੀ ਸੀ ਘਰ ਦੇ ਕੋਲ ਪੂਰੀ ਬਿਲਡਿੰਗ 'ਤੇ ਡਿੱਗ ਪਈ ਸੀ ਉਹ ਬੋਂਬ, ਅਤੇ ਸਾਨੂੰ ਆਏ ਨਹੀਂ ਪਤਾ ਸੀ ਕਦੋਂ ਸਾਡੀ ਬਿਲਡਿੰਗ 'ਤੇ ਡਿੱਗ ਪਊਗੀ। ਲੱਗਦਾ ਇੰਝ ਕਿ ਮੌਤ ਨੂੰ ਬੜਾ ਨੇੜੇ ਤੋਂ ਹੋ ਕੇ ਵੇਖਿਆ, ਕਿਉਂਕਿ ਹੁਣ ਤੱਕ ਅਸੀਂ ਮੌਤ ਇੱਕ ਇਹ ਸਮਝਿਆ ਕਿ ਮੌਤ ਸਿਰਫ ਇੱਕ ਭਾਵਨਾ ਹੈ ਨਾ, ਜਦੋਂ ਕਿ ਮਰ ਜਾਂਦਾ ਕਿ ਉਦੋਂ ਪਤਾ ਲੱਗਦਾ ਇਹਦੀ ਮੌਤ ਹੋ ਗਈ, ਹੈ ਨਾ? ਲੱਗਦਾ ਕਿ ਤੁਸੀਂ ਨੇੜੇ ਤੇ ਹੋ ਕੇ ਵੇਖਿਆ ਆਪਾਂ ਕਹਿ ਦਿੰਦੇ ਕਿ ਆਪਾਂ ਕੋਈ ਗੱਲ ਨਹੀਂ ਮੌਤ ਨੂੰ ਲੈ ਲਾਂਗੇ, ਪਰ ਉਦੋਂ ਹਰ ਬੰਦਾ ਡਰਦਾ। ਉਦੋਂ ਤਾਂ ਤੁਸੀਂ ਜੋ ਲਾਈਫ 'ਚ ਕਦੇ ਕੀਤਾ ਵੀ ਨਹੀਂ ਹੁੰਦਾ, ਕਿਉਂਕਿ ਮੈਂ ਕਦੇ ਇੱਕ ਬਨਾਨਾ 'ਤੇ ਪੂਰਾ ਟਾਈਮ ਨਹੀਂ ਰਹੀ। ਮੈਂ ਕਦੇ ਲਾਈਕ ਵੈਸੇ ਵੀ ਘਰ ਵੀ ਹੋਇਆ ਨਾ ਕਿ ਤੁਸੀਂ ਬਿਨਾਂ ਖਾਧੇ ਕੁਛ ਮੈਂ ਨਹੀਂ ਰਹਿ ਸਕਦੀ ਸੀਗੀ। ਮੈਨੂੰ ਸਾਰੇ ਇਹੀ ਕਹਿ ਰਹੇ ਸੀ ਕਿ ਸਹਿਜ ਤੂੰ ਕਿਵੇਂ ਸਰਵਾਈਵ ਕੀਤਾ, ਤੂੰ ਤਾਂ ਖਾਣੇ ਦੇ ਬਿਨਾਂ ਥੋੜ੍ਹਾ ਟਾਈਮ ਵੀ ਨਹੀਂ ਰਹਿ ਸਕਦੀ। ਬਟ ਫਿਰ ਉਹ ਕਰਵਾਉਂਦਾ ਉਹਦੇ ਬਾਅਦ 'ਚੋਂ ਵਾਕ ਇੰਨੀ ਕਿਲੋਮੀਟਰ। ਇੱਥੇ ਜਦੋਂ ਸੀ ਘਰ, ਕਿੰਨੇ ਵਾਰੀ ਦਿਨ 'ਚ ਫਰਿੱਜ ਦਾ ਦਰਵਾਜ਼ਾ ਖੁੱਲ੍ਹਦਾ ਸੀ? ਮੇਰਾ ਤਾਂ ਫਰਿੱਜ ਦਾ ਦਰਵਾਜ਼ਾ ਮੰਮਾ ਨੇ ਕਦੇ ਕੁਛ ਕੁੱਕ ਕਰਤਾ, ਕਦੇ ਖੁਦ ਜਾ ਕੇ ਫਰੂਟਸ ਖਾ ਲਏ। ਮੈਂ ਤਾਂ ਬਹੁਤ ਫੂਡੀ ਸੀਗੀ, ਮੈਂ ਤਾਂ ਬੜਾ ਹੀ ਖਾਂਦੀ ਹਾਂ। ਫਿਰ ਉਸੇ ਸਹਿਜਪ੍ਰੀਤ ਨੂੰ ਇੱਕ ਕੇਲੇ 'ਤੇ ਇੱਕ ਦਿਨ ਕੱਟਣਾ? ਹਾਂਜੀ, ਇੱਕ ਕੇਲੇ 'ਤੇ। ਉਹ ਤੋਂ ਮੈਨੂੰ ਤਾਂ ਮੈਂ ਬਿਮਾਰ ਵੀ ਹੋਈ ਕਿਉਂਕਿ
ਮੈਂ ਕਦੇ ਅਜਿਹੀ ਸਿਚੁਏਸ਼ਨ ਦੇਖੀ ਨਹੀਂ ਸੀਗੀ, ਜਾਂ ਨਾ ਹੀ ਮੈਂ ਘਰ ਵੀ ਅੱਛਾ, ਮੈਂ ਇਹ ਬੜਾ ਸੀਰੀਅਸ ਸਵਾਲ ਹੈ ਇਹ ਤਾਂ ਬਣਦਾ ਹੈ ਨਾ, ਤੁਸੀਂ ਬਿਮਾਰ ਹੋਏ ਜਾਂ ਹੋਰ ਬੱਚੇ ਬਿਮਾਰ ਹੋਏ ਹੋਣਗੇ, ਹਾਂਜੀ। ਇਹਦੇ ਦਰਮਿਆਨ ਕੀ ਮੈਡੀਕਲ ਦੀ ਸਹੂਲਤ ਦਾ ਉੱਥੇ ਹੈਗਾ ਸੀ ਪ੍ਰਬੰਧ? ਨਹੀਂ, ਉੱਥੇ ਨਹੀਂ ਸੀਗਾ। ਸਾਡੇ ਕੋਲ ਆਪਦੇ ਸੀ ਮੈਡੀਸਿਨ ਸਟੂਡੈਂਟ ਸੀਗੇ, ਮਾੜੀ ਮੋਟੀ ਆਪਦੇ ਕੋਲ ਮੈਡੀਸਿਨਸ ਹੁੰਦੀਆਂ ਗੀਆਂ ਘਰ ਹੀ, ਪਰ ਉੱਥੋਂ ਸਾਨੂੰ ਕੋਈ ਹੈਲਪ ਨਹੀਂ ਮਿਲੇਗੀ ਕਿ ਤੁਹਾਨੂੰ ਅਸੀਂ ਮੈਡੀਸਿਨ ਪ੍ਰੋਵਾਈਡ, ਕਿਉਂਕਿ ਉੱਥੇ ਸਭ ਕੁਝ, ਬੈਂਕ ਬੰਦ ਹੋ ਚੁੱਕੇ ਸੀ, ਗਰੋਸਰੀ ਸਟੋਰਸ ਬੰਦ ਹੋ ਚੁੱਕੇ ਸੀਗੇ, ਅਤੇ ਸਭ ਕੁਝ ਬੰਦ ਹੋ ਚੁੱਕਿਆ ਸੀ ਕਿ ਤੁਸੀਂ ਕੁਛ ਵੀ ਜਾ ਕੇ ਆਪਦੇ ਪੈਸੇ ਵੀ ਨਹੀਂ ਕਢਵਾ ਸਕਦੇ ਸੀ ਬੈਂਕ 'ਚ ਜਾ ਕੇ। ਅਤੇ ਉੱਥੇ ਗਰੋਸਰੀਜ਼ ਨਹੀਂ ਸੀ, ਮੈਡੀਸਿਨ ਸ਼ੋਪਸ ਨਹੀਂ ਖੁੱਲ੍ਹੀਆਂ ਸੀਗੀਆਂ, ਤਾਂ ਜੋ ਵੀ ਸਾਡੇ ਕੋਲ ਹੈਗਾ ਸੀਗਾ, ਮੈਂ ਖਾਣਾ ਨਹੀਂ ਖਾਧਾ ਸੀ, ਮੈਨੂੰ ਵੀਕਨੈਸ ਹੋ ਗਈ। ਤਾਂ ਮੈਨੂੰ ਲਾਈਫ 'ਚ ਕਦੇ ਡੀਜ਼ੀ ਫੀਲ ਨਹੀਂ ਹੋਇਆ, ਕਦੇ ਚੱਕਰ ਨਹੀਂ ਆਇਆ, ਕਿਉਂਕਿ ਮੈਂ ਤਾਂ ਅਜੇ 19 ਹੀ ਹਾਂ। ਤਾਂ ਉਸ ਦਿਨ ਫਸਟ ਟਾਈਮ ਮੈਨੂੰ ਮੈਟਰੋ ਸਟੇਸ਼ਨ 'ਤੇ ਸੁਬਾਹ ਉੱਠਦੇ ਉੱਠਦੇ, ਕਿਉਂਕਿ ਇੰਨੇ ਦਿਨ ਦਾ ਕੁਝ ਖਾਧਾ ਨਹੀਂ ਸੀ, 28 ਤੋਂ ਮੈਨੂੰ ਸੁਬਾਹ ਇੱਕਦਮ ਚੱਕਰ ਆਇਆ, ਅਤੇ ਫਿਰ ਮੇਰਾ ਸਿਰ ਇੰਨਾ ਦਰਦ ਹੋਇਆ, ਕਿਉਂਕਿ ਮੈਨੂੰ ਆਪ ਨੂੰ ਫੀਲ ਹੋ ਰਿਹਾ ਸੀ ਕਿ ਮੇਰੀ ਬੋਡੀ ਟੇਕਅਪ ਨਹੀਂ ਕਰ ਰਹੀ ਆ ਸਿਚੁਏਸ਼ਨ ਨੂੰ। ਉੱਤੋਂ ਮੈਂ ਡਰ ਰਹੀ ਹਾਂ, ਉੱਤੋਂ ਮੈਂ ਖਾਣਾ ਨਹੀਂ ਖਾਧਾ, 24 ਘੰਟੇ ਉਹ ਆਵਾਜ਼ ਆਪਾਂ ਹੁਣ, ਕਿਉਂਕਿ ਹਰ ਕੋਈ ਤੁਸੀਂ ਮੈਨੂੰ ਸੁਣ ਸਕਦੇ ਹੋ, ਪਰ ਮੇਰੀ ਸਿਚੁਏਸ਼ਨ 'ਤੇ ਆ ਕੇ ਨਹੀਂ ਦੇਖ ਸਕਦੇ ਕਿ ਮੈਨੂੰ ਕੀ ਫੀਲ ਹੋ ਰਿਹਾ ਸੀ ਉਸ ਟਾਈਮ, ਅਤੇ ਮੈਂ ਕਿਸੇ ਨੂੰ ਦੱਸ ਸਕਦੀ ਹਾਂ, ਪਰ ਉਹ ਇਮੈਜਿਨ ਨਹੀਂ ਕਰ ਸਕਦੇ ਕਿ ਮੈਂ ਕੀ, ਮੇਰੇ ਸ਼ੂਜ਼ 'ਤੇ ਆ ਕੇ ਨਹੀਂ ਦੇ ਸਕਦੇ ਸੀ ਕਿ ਉੱਤੇ ਮੈਨੂੰ ਕੀ ਫੀਲ ਹੋ ਰਿਹਾ ਸੀਗਾ। ਤਾਂ ਉਹ ਬੜਾ ਹੀ ਮੇਰੇ ਲਈ ਤਾਂ ਔਖਾ ਸੀਗਾ। ਅੱਛਾ, ਪੋਲੈਂਡ ਤੁਸੀਂ ਆਏ, ਬੜੀ ਲੰਮੀ ਲਾਈਨ ਲੱਗੀ ਹੋਈ, ਅਤੇ ਫਿਰ ਉਹ ਕਿੱਦਾਂ ਕ੍ਰੋਸ ਕੀਤਾ ਉੱਥੇ? ਪੋਲੈਂਡ ਅਸੀਂ ਵੇਟ ਕੀਤੀ, ਕਿਉਂਕਿ ਯੂਕਰੇਨ ਕਿੰਨਾ ਪਹਿਲਾਂ ਜਾ ਸਮਾਂ? ਰਹੇ ਸੀ, ਆਲਮੋਸਟ 3-4 ਘੰਟੇ ਵੇਟ ਕੀਤੀ ਉੱਥੇ। ਅਤੇ ਸਾਨੂੰ ਆਏ ਸੀ ਕਿ ਚਲੋ ਹੁਣ ਲੰਘਦੇ ਹਾਂ, ਅਤੇ ਉਹ ਪਹਿਲਾਂ ਯੂਕਰੇਨ ਗਏ, ਫਿਰ ਫਟਾਫਟ ਅਸੀਂ ਗਏ, ਤਾਂ ਸਾਨੂੰ ਕ੍ਰੋਸ ਕਰਵਾਇਆ ਕੁਛ ਇੰਡੀਅਨਸ ਨੂੰ, ਅਤੇ ਮੈਂ ਲੱਕੀ ਇੰਡੀਅਨ ਸੀ ਕਿ ਮੈਂ ਪਹਿਲਾਂ ਕ੍ਰੋਸ ਕਰ ਲਿਆ। ਉਦੋਂ ਬਾਅਦ 'ਚ ਫਿਰ ਯੂਕਰੇਨੀਅਨ ਸੀਗੇ, ਮੈਂ ਅਤੇ ਥੋੜ੍ਹੇ ਮੇਰੇ ਫਰੈਂਡ ਸੀ ਜਿਹਨੇ ਪਹਿਲਾਂ ਕ੍ਰੋਸ ਕਰ ਲਿਆ। ਉਹ ਫਿਰ ਉਦੋਂ ਬਾਅਦ 'ਚ ਸਾਡੇ ਪਾਸਪੋਰਟ ਲੈ ਕੇ ਗਏ, ਪਾਸਪੋਰਟ ਚੈੱਕ ਕੀਤੇ ਕਿ ਸਭ ਕੁਛ ਹੈਗਾ ਇਹਨਾਂ ਕੋਲ, ਸਿਟੀਜ਼ਨ ਇੱਥੇ ਦੇ, ਕਿਉਂਕਿ ਕਾਫੀ ਸੀਗੇ ਕਿ ਜਿਹਨਾਂ ਕੋਲ ਪਾਸਪੋਰਟ ਵੀ ਨਹੀਂ ਸੀਗੇ, ਹਫ਼ਤਾ ਪਹਿਲਾਂ ਸਟੂਡੈਂਟਸ ਆਏ ਸੀਗੇ, ਅਤੇ ਉਹਨਾਂ ਕੋਲ ਪਾਸਪੋਰਟ ਹੀ ਨਹੀਂ ਸੀ, ਉਹਦੇ ਪਾਸਪੋਰਟ ਨਿਊ ਕਮਰ ਸੀਗੇ, ਉਹਨਾਂ ਦੇ ਪਾਸਪੋਰਟ ਹੀ ਐਮਬੈਸੀ ਪਏ ਸੀਗੇ, ਜਾਂ ਇੱਧਰ ਉੱਧਰ ਕੈਪਚਰ ਸੀ, ਉਹ ਕਿੱਥੋਂ ਆਪਦੇ ਇਹੋ ਜਿਹੇ ਮਾਹੌਲ 'ਚ ਆਪਦੇ ਪਾਸਪੋਰਟ ਲੱਭਦੇ। ਤਾਂ ਅਸੀਂ ਫਿਰ ਫਟਾਫਟ, ਮੈਂ ਤਾਂ ਪਹਿਲਾਂ ਹੀ ਕ੍ਰੋਸ ਕਰ ਲਿਆ ਬਾਕੀ ਮੇਰੇ ਫਰੈਂਡਸ ਤੋਂ। ਹਾਂਜੀ। ਅਤੇ ਫਿਰ ਕਿੱਦਾਂ, ਜਿਹੜਾ ਐਰੋਪਲੇਨ ਤੱਕ ਦਾ ਸਫ਼ਰ ਕਿੱਦਾਂ ਹੋਇਆ? ਫਿਰ ਅਸੀਂ ਪੋਲੈਂਡ ਤੋਂ ਬਾਅਦ ਤਾਂ ਇੱਥੇ ਮੈਂ ਨਹੀਂ ਕਿ ਮੈਂ ਇੱਥੇ ਇੰਡੀਅਨ ਲੋਕਾਂ ਨੇ ਬਹੁਤ ਹੈਲਪ ਕੀਤੀ, ਇੰਡੀਅਨ ਐਮਬੈਸੀ ਨੇ ਸਾਡੀ ਬਹੁਤ ਹੈਲਪ ਕੀਤੀ ਜਦੋਂ ਅਸੀਂ ਪੋਲੈਂਡ ਬਾਰਡਰ ਕ੍ਰੋਸ ਕਰ ਲਿਆ। ਪੋਲੈਂਡ ਦੀ ਜਿਹੜੀ ਇੰਡੀਅਨ ਐਮਬੈਸੀ? ਹਾਂਜੀ, ਪੋਲੈਂਡ ਦੀ ਇੰਡੀਅਨ ਐਮਬੈਸੀ, ਅਤੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ। ਜਦ ਅਸੀਂ ਕ੍ਰੋਸ ਹੀ ਕੀਤਾ, ਸਾਨੂੰ ਫਟਾਫਟ ਉਹਨਾਂ ਨੇ ਫੂਡ ਦਿੱਤਾ ਖਾਣ ਨੂੰ, ਪਾਣੀ ਦਿੱਤਾ, ਅਸੀਂ ਫਿਰ ਉਹਨਾਂ ਨੇ ਸਾਨੂੰ ਹੋਟਲ ਲੈ ਕੇ ਗਏ, ਹੋਟਲ ਲਈ ਰੈਸਟ ਕਰਨ ਨੂੰ ਦਿੱਤਾ। ਅਸੀਂ ਪੋਲੈਂਡ ਆ ਕੇ ਮੈਨੂੰ ਕੁਛ ਉਹ ਨਹੀਂ ਹੋਇਆ। ਮਾੜਾ ਜਿਹੜਾ ਸਫ਼ਰ ਸੀ ਉਹ ਯੂਕਰੇਨ ਦੀ ਹੱਦ ਦੇ ਅੰਦਰ ਹੀ ਹੋਇਆ? ਹਾਂਜੀ, ਉਹ ਹੱਦ ਦੇ ਅੰਦਰ ਹੀ ਸੀ, ਕਿਉਂਕਿ ਉਹ ਇੱਕ ਆਪਦੀ ਜਗ੍ਹਾ ਛੱਡਣ ਦਾ ਉਹ ਸੀਗਾ, ਅਤੇ ਇੱਕ ਆਏ ਸੀ ਕਿ ਮੇਰੇ ਨਾਲ ਹੋ ਕੀ ਰਿਹਾ ਗਾ। ਉਹੀ ਯੂਕਰੇਨ ਤੁਸੀਂ ਹਰ ਰੋਜ਼ ਘੁੰਮਦੇ ਸੀਗੇ, ਉਹੀ ਯੂਕਰੇਨ 'ਚ ਅਸੀਂ ਵੋਕ ਕਰਦੇ ਸੀ, ਅਸੀਂ ਖਾਰਕਿਵ 'ਚ ਅਸੀਂ ਸਭ ਕੁਝ ਆਪਦਾ ਖੇਡਦੇ ਸੀਗੇ, ਅਤੇ ਜਦ ਉਹ ਅਸੀਂ ਕਾਰਟ 'ਚੋਂ, ਮੈਨੂੰ ਪਤਾ ਅੱਜ ਵੀ, ਜਦੋਂ ਮੈਂ ਟ੍ਰੇਨ ਤੱਕ ਜਾ ਰਹੀ ਸੀਗੀ, ਉਹ ਬਿਲਡਿੰਗ ਸੇਮਸ ਨਹੀਂ ਸੀ, ਉੱਥੇ ਅਟੈਕ ਹੋ ਚੁੱਕੇ ਸੀ ਆਲਰੇਡੀ, ਪੂਰਾ ਡਿਸਟਰੋਏ ਹੋ ਚੁੱਕਿਆ ਸੀ, ਸੜਕਾਂ ਖਰਾਬ ਹੋ ਗਈਆਂ ਸੀ, ਉੱਥੇ ਕੁਛ ਵੀ ਖਾਰਕਿਵ ਵਾਂਗੂ ਨਹੀਂ ਲੱਗਦਾ ਸੀਗਾ। ਖਾਰਕਿਵ ਬਹੁਤ ਸੋਹਣੀ ਜਗ੍ਹਾ ਸੀਗੀ, ਲਾਈਕ ਟੂਰਿਸਟ ਪਲੇਸ ਸੀ ਉਹ, ਅਤੇ ਉੱਥੇ ਸਭ ਕੁਝ ਬਿਲਡਿੰਗਸ ਡਿਸਟਰੋਏ ਕਰਤੀ। ਸਾਡੇ ਯੂਨੀ 'ਤੇ ਦੇਖਿਆ ਸੀਗੀ, ਹਾਫ ਬੋਮਬਿੰਗ ਹੋਈ ਪਈ ਹੈਗੀ, ਹਾਫ ਸਾਡੀ ਯੂਨੀ ਖਰਾਬ ਹੋ ਚੁੱਕੀ ਹੈਗੀ। ਤਾਂ ਉਹ ਸਭ ਕੁਝ ਅਸੀਂ ਜਦੋਂ ਕਾਰ 'ਚ ਜਾ ਰਹੇ, ਸਾਨੂੰ ਆਏ ਸੀ ਕਿ ਕਿਉਂਕਿ ਕੰਟੀਨਿਊਸਲੀ ਉਦੋਂ ਵੀ ਬੋਮਬਿੰਗ ਹੋ ਰਹੀ ਸੀ, ਸਾਨੂੰ ਆਏ ਸੀ ਕਿ ਅਸੀਂ ਰੇਲਵੇ ਸਟੇਸ਼ਨ ਤੱਕ ਪਹੁੰਚ ਜਾਈਏ, ਕਿ ਸਾਨੂੰ ਕੁਛ ਨਾ ਹੋਵੇ। ਅਤੇ ਕਈ ਬੱਚੇ ਤਾਂ ਚਲੋ ਫਿਰ ਵੀ ਹਮੇਸ਼ਾ ਮੈਂ ਲੱਕੀ ਸੀ ਕਿ ਮੈਂ ਕਾਰ 'ਚ ਬਹਿ ਕੇ ਆਈ, ਕਈ ਬੱਚੇ ਤਾਂ ਜਿੱਥੋਂ ਮੈਂ ਹਾਂ ਉੱਥੋਂ ਰੇਲਵੇ ਸਟੇਸ਼ਨ 2 ਘੰਟੇ ਲੱਗਣਗੇ ਜਾਂਦੇ ਨੂੰ, ਅਤੇ ਉਹ ਵੋਕ ਕਰਕੇ ਆਏ ਆ, ਕਿਉਂਕਿ ਉਹਨਾਂ ਨੂੰ ਟੈਕਸੀ ਨਹੀਂ ਮਿਲਦੀ ਪਈ ਸੀਗੀ। ਅਤੇ ਉਹ ਫਿਰ ਵਿਚਾਰੇ ਤੁਰ ਕੇ ਆਏ ਆਪਦਾ, ਫਿਰ ਉੱਥੇ ਇੰਨਾ ਟਾਈਮ ਤੁਸੀਂ ਉਹ ਦੇਖੋ ਕਿ ਉਹ ਬੋਮਬਿੰਗ 'ਚ, ਸ਼ੈਲਿੰਗ 'ਚ, ਜਦੋਂ ਇੱਧਰ ਉੱਧਰ ਫਾਇਰਿੰਗ ਹੋ ਰਹੀ ਆ, ਪੂਰਾ ਬੋਮ ਗਿਰ ਰਿਹਾ ਅੱਗੇ, ਉੱਤੋਂ ਪਤਾ ਨਹੀਂ ਕਿੱਥੇ ਆ ਕੇ ਗਿਰਨੀ ਆ ਉਹਨੇ, ਉਹ ਵਾਕ ਕਰਦੇ ਆ ਰਹੇ ਸੀ ਇੰਨੇ ਉਹਦੇ 'ਚੋਂ। ਅੱਛਾ, ਪੋਲੈਂਡ ਤੋਂ ਫਿਰ ਅੱਗੇ ਜਿਹੜਾ ਇੰਡੀਆ ਤੱਕ ਦਾ ਸਫ਼ਰ ਕਿਵੇਂ? ਪੋਲੈਂਡ ਜਾ ਕੇ ਅਸੀਂ ਸੇਫਲੀ ਖਾਣਾ ਖੁਣਾ ਖਾਇਆ, ਥੋੜ੍ਹਾ ਜਿਹਾ ਰਿਲੈਕਸ ਕੀਤਾ, ਉਸ ਤੋਂ ਬਾਅਦ ਸਾਨੂੰ ਪਲੇਨ ਕੈਚ ਕੀਤਾ ਸੀ, ਪਰਸੋਂ ਕੈਚ ਕੀਤਾ ਸੀ ਅਸੀਂ ਪਲੇਨ, ਤਾਂ ਕੱਲ੍ਹ ਅਸੀਂ ਇੰਡੀਆ ਲੈਂਡ ਹੋਈ ਸੀ, ਮੈਂ ਦਿੱਲੀ ਏਅਰਪੋਰਟ ਤੱਕ, ਉਦੋਂ ਤੱਕ ਉਹਨਾਂ ਨੇ ਸਾਨੂੰ ਫਰੀ ਸਪਲਾਈਮੈਂਟ ਸੀ, ਸਾਡੀ ਪਲੇਨ ਦੀ ਟਿਕਟ ਫਰੀ ਸੀ, ਤਾਂ ਸਾਨੂੰ ਏਅਰਪੋਰਟ 'ਤੇ ਵੀ ਖਾਣਾ ਵਗੈਰਾ ਦਿੱਤਾ। ਏਅਰਪੋਰਟ 'ਤੇ ਫਿਰ ਪਰਿਵਾਰਕ ਮੈਂਬਰ ਕੌਣ ਗਏ ਸੀ?
ਮੇਰੇ ਮੰਮਾ ਗਏ ਸੀ, ਵੀਰੇ ਗਏ ਸੀ। ਮੰਮਾ ਤੇ ਵੀਰਾ। ਹਾਂਜੀ। ਫਸਟ ਲੁੱਕ ਫਿਰ ਕਿੱਦਾਂ ਦੀ ਹੋਈ? ਫਸਟ ਲੁੱਕ ਮੇਰੇ ਮੰਮਾ ਭੱਜਦੇ ਆਏ ਮੇਰੇ ਕੋਲ ਲੇਕਿਨ ਉਹਨੂੰ ਐਵੇਂ ਲੱਗਿਆ ਕਿ ਮੈਨੂੰ ਲੱਗਦਾ ਕਿ ਉਹ ਜਿਵੇਂ ਕਹਿੰਦੇ ਹੀ ਆ ਕਿ ਥੋੜ੍ਹੇ ਮੇਰੇ ਜ਼ਿਆਦਾ ਕਲੋਜ਼ ਆ ਗਏ ਸਾਰੇ, ਤਾਂ ਫਿਰ ਫਟਾਫਟ ਜਦੋਂ ਆਏ ਤਾਂ ਉਹਨਾਂ ਨੇ ਮੈਨੂੰ ਹੱਗ ਕਰ ਲਈ। ਫਿਰ ਵੀਰੇ ਨੇ ਹੱਗ ਕੀਤੀ। ਉਹ ਮੇਰੇ ਲਈ ਤਾਂ ਫੀਲਿੰਗ ਸੀ ਕਿ ਮੈਂ ਹੁਣ ਮੈਨੂੰ ਕੁਛ ਨਹੀਂ ਹੋ ਸਕਦਾ, ਹੁਣ ਮੈਂ ਸੇਫੈਸਟ ਆ। ਮੈਨੂੰ ਫਿਰ ਵੀ ਪੋਲੈਂਡ ਵੀ ਆ ਕੇ ਲੱਗਦਾ ਕਿ ਮੈਂ ਆਪਦੇ ਘਰ ਜਾਵਾਂ, ਆਪਦੀ ਮੰਮਾ ਨੂੰ ਮਿਲਾਂ, ਆਪਦੇ ਪਾਪਾ ਆਪਦੀ ਫੈਮਿਲੀ ਕੋਲ ਆਵਾਂ। ਪਰ ਫਿਰ ਜਦੋਂ ਅਸੀਂ ਉੱਥੇ ਤੱਕ ਆਏ ਫਿਰ ਸਾਨੂੰ ਬਹੁਤ ਆਈ ਲਾਈਕ ਕਿ ਮੈਂ ਸੇਫੈਸਟ ਹਾਂ, ਹੁਣ ਮੈਨੂੰ ਕੁਛ ਨਹੀਂ ਹੋ ਸਕਦਾ ਗਾ। ਅਤੇ ਉਹ ਏਅਰਪੋਰਟ ਤੱਕ ਜਾ ਕੇ ਮੈਨੂੰ ਏਅਰਪੋਰਟ ਦਿੱਲੀ ਲੈਂਡ ਹੋ ਕੇ ਮੰਮਾ ਪਾਪਾ ਨੂੰ ਦੇਖ ਕੇ ਫਿਰ ਮੈਨੂੰ ਥੋੜ੍ਹਾ ਜਿਹਾ ਮੈਂ ਸ਼ਾਂਤ ਹੋਈ। ਨਹੀਂ ਮੈਨੂੰ ਵੈਸੇ ਵੀ ਇੱਕ ਟਰੋਮਾ ਹੋ ਜਾਂਦਾ ਨਾ ਕਿ ਆਵਾਜ਼ ਸੁਣਦੀ ਰਹਿੰਦੀ ਆ। ਮੇਰਾ ਏਅਰਪੋਰਟ 'ਤੇ ਸਿਚੁਏਸ਼ਨ ਮਤਲਬ ਬੜੀ ਫਨੀ ਜਿਹੀ ਹੋਈ ਕਿ ਮੇਰਾ ਬੈਗ ਗਿਰਿਆ, ਮੈਨੂੰ ਇੰਨਾ ਡਰ ਗਈ ਮੈਂ ਕਿ ਬੰਬ ਡਿੱਗ ਪਿਆ ਕਿ ਲਾਈਕ ਮੇਰੇ ਪਿੱਛੇ ਉਹ ਖੜਕਾ ਹੋਇਆ, ਉਹਦੇ 'ਚ ਸਾਨੂੰ ਐਂ ਲੱਗਦਾ ਕਿ ਥੋੜ੍ਹਾ ਵੀ ਖੜਕਾ ਹੁੰਦਾ ਨਾ, ਹੁਣ ਇੱਕਦਮ ਉਹ ਸੈਂਸ ਹੋ ਜਾਂਦਾ ਗਾ। ਉਹ ਇੰਨਾ ਹੀ ਸਾਡੇ ਦਿਮਾਗ 'ਚ ਚੱਲੀ ਗਈ ਹੈ ਨਾ ਚੀਜ਼ ਕਿ ਉਹਨੇ ਮੈਂਟਲੀ ਹਜੇ ਥੋੜ੍ਹਾ ਟਾਈਮ ਉਹਨੂੰ ਹੀਲ ਹੋਣ ਨੂੰ ਟਾਈਮ ਲੱਗੂਗਾ। ਅੱਛਾ, ਸਹਿਜਪ੍ਰੀਤ, ਯੂਕਰੇਨ ਦੇ ਬੜੇ ਮਾੜੇ ਹਾਲਾਤਾਂ 'ਚੋਂ ਤੂੰ ਆਪਣੇ ਪਰਿਵਾਰ ਦੇ ਵਿੱਚ ਆਪਣੀ ਮੰਮਾ ਡੈਡੀ ਕੋਲ ਹੈ ਨਾ, ਲੱਗਦਾ ਕਿ ਉੱਧਰ ਕੁਝ ਰਹਿ ਗਿਆ? ਬਹੁਤ ਕੁਛ ਰਹਿ ਗਿਆ ਉੱਥੇ। ਸਧਰਾਂ ਰਹਿ ਗਈਆਂ, ਸੁਪਨੇ ਰਹਿ ਗਏ। ਹਾਂਜੀ, ਉੱਥੇ ਐਕਚੁਅਲੀ ਹੋਪਸ ਹੋ ਕਿ ਸਾਡੀ ਯੂਨੀ ਜਲਦੀ ਖੁੱਲ੍ਹ ਜੇ, ਕੁਛ ਵੀ ਐਂ ਹੋਵੇ। ਹਜੇ ਸਾਨੂੰ ਫਿਰ ਵੀ ਹਜੇ ਹੋਪ ਹੈਗੀ ਹੈ ਕਿ ਅਸੀਂ ਆਪਦੀ ਅੱਛਾ, ਅਜੇ ਮਨ ਦੇ ਵਿੱਚ ਹੈ ਕਿ ਯੂਕਰੇਨ ਜਾਣਾ ਬਸ? ਕਿ ਹਾਂਜੀ, ਕਿਉਂਕਿ ਅਸੀਂ ਇੱਥੇ ਆਪਦੀ ਛੱਡ ਕੇ ਆਏ ਹਾਂ, ਅਸੀਂ ਆਪਦੇ ਸਟੱਡੀ ਹੈ ਸਾਡੀ, ਇੱਥੇ ਅਸੀਂ ਪੜ੍ਹਦੇ ਹਾਂ, ਅਸੀਂ ਇੱਥੇ ਰਹਿੰਦੇ ਆਂਗੇ ਕਿ ਕਿਸੇ ਲਈ ਕੋਈ ਵੀ ਜਗ੍ਹਾ ਆਪਾਂ ਆਪਦੀ ਜੀ ਲੱਗਦੀ ਆ ਉਹ, ਕਿ ਉੱਥੇ ਉਹ ਜਗ੍ਹਾ ਮੈਨੂੰ ਡਿਫਰੈਂਟ ਨਹੀਂ ਲੱਗਦੀ ਮੇਰੇ ਘਰ ਤੋਂ। ਜਿੱਥੇ ਮੈਂ ਰਹਿੰਦੀ ਹਾਂ ਮੈਨੂੰ ਉੱਥੇ ਐਂ ਲੱਗਦਾ ਕਿ ਮੈਂ ਬਹੁਤ ਕੁਝ ਛੱਡ ਕੇ ਆਈ ਹਾਂ। ਮੇਰੇ ਟੋਇਸ ਸੀਗੇ ਉੱਥੇ, ਮੇਰੇ ਕੱਪੜੇ ਸੀ, ਮੇਰੀ ਸਭ ਚੀਜ਼ਾਂ ਸੀਗੀਆਂ, ਉਹ ਸਾਰਾ ਮੈਂ ਆਪਦੇ ਘਰ ਐਵੇਂ ਹੀ ਜਿਵੇਂ ਇੱਥੋਂ ਘਰ ਨੂੰ ਛੱਡ ਕੇ ਜਾਣਾ ਨਾ ਉਵੇਂ ਡਿਫੀਕਲਟ ਲੱਗਦਾ ਪਿਆ ਸੀਗਾ। ਤਾਂ ਫਿਰ ਵੀ ਸਾਨੂੰ ਹੋਪ ਆ ਕਿ ਕੁਛ ਨਾ ਕੁਛ ਐਂ ਹੋਵੇ ਕਿ ਆਪਦਾ ਅਸੀਂ ਕਿ ਐਟਲੀਸਟ ਆਪਦੀ ਕਰੀਅਰ ਨਾ ਡਿਸਟਰੋਏ ਕਰੀਏ ਅਸੀਂ ਆਪਦਾ। ਅਸੀਂ MBBS ਕਰਦੇ ਪਏ ਹਾਂ, ਮੈਂ ਆਲਰੇਡੀ ਉਹਦੇ 2 ਈਅਰ ਕੰਪਲੀਟ ਕਰ ਚੁੱਕੀ ਹਾਂ, ਮੈਂ 3rd ਈਅਰ 'ਚ ਹੋਣ ਵਾਲੀ ਸੀ ਮਈ 'ਚ। ਤਾਂ ਐਵੇਂ ਕਰਕੇ ਮੈਨੂੰ ਥੋੜ੍ਹਾ ਜਿਹਾ ਐਂ ਹੋ ਰਿਹਾ ਕਿ ਫਿਰ ਵੀ ਹੋ ਜਾਵੇ ਕੁਛ ਨਾ ਕੁਛ ਕਰਕੇ। ਜੇ ਹਾਲਾਤ ਆਮ ਵਰਗੇ ਹੁੰਦੇ ਨੇ ਤਾਂ ਫਿਰ ਯੂਕਰੇਨ ਨੂੰ ਉਡਾਰੀ ਮਾਰ ਜਾਣੀ। ਹਾਂਜੀ, ਮੈਨੂੰ ਤਾਂ ਵਧੀਆ ਲੱਗਦਾ ਉਹ ਕੰਟਰੀ, ਤਾਂ ਮੈਂ ਜਾਣਾ ਚਾਹੂੰਗੀ ਉੱਥੇ ਵਾਪਸ। ਠੀਕ ਹੈ। ਅੱਛਾ, ਜਿਹੜੇ ਸਟੂਡੈਂਟਸ ਉੱਧਰ ਰਹਿ ਗਏ ਉਹਨਾਂ ਦੇ ਫਿਊਚਰ ਦੇ ਲਈ ਅਤੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ, ਕੋਈ ਪੈਗਾਮ ਉਹਨਾਂ ਲਈ? ਕਿ ਹੋਪ ਫॉर द बेस्ट, ਕਿ ਲੈਟਸ ਵੇਟ ਫॉर ਪੀਸ, ਲਾਈਕ ਕਿ ਆਪਾਂ ਇੱਕਦਮ ਮੈਂ ਹੁਣ ਇੱਕਦਮ ਕਹਿ ਲਾਂ ਕਿ ਮੈਂ ਆਪਦਾ ਕਰੀਅਰ ਚੇਂਜ ਕਰ ਲੂੰਗੀ ਤਾਂ ਨਹੀਂ, ਉਹ ਬਹੁਤ ਡਿਫੀਕਲਟ ਆ। ਤਾਂ ਮੈਂ ਕਹਿ ਰਹੀ ਹਾਂ ਕਿ ਬਸ ਪੇਸ਼ੈਂਟ ਰਹੋ ਅਤੇ ਸੋਚੋ ਕਿ ਥੋੜ੍ਹਾ ਟਾਈਮ ਹੋਰ ਕਿ 1-2 ਮਹੀਨੇ ਰੁਕ ਕੇ ਦੇਖ ਲਓ, ਕੀ ਪਤਾ ਕੁਝ ਸਲਿਊਸ਼ਨ ਆ ਜਾਵੇ, ਉਸ ਤੋਂ ਬਾਅਦ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈਗਾ। ਫਿਰ ਵੀ ਮੈਂ 2nd ਈਅਰ 'ਚ ਹਾਂ, ਜੋ 6th ਈਅਰ 'ਚ ਆ, ਮੈਂ ਉਹਨਾਂ ਬਾਰੇ ਸੋਚ ਰਹੀ ਹਾਂ ਕਿ ਉਹਨਾਂ ਨੂੰ ਜਸਟ ਡਿਗਰੀ ਮਿਲਣੀ ਸੀ ਮਈ 'ਚ ਅਤੇ ਆ ਹੋ ਗਿਆ। ਉਹਨਾਂ ਦਾ ਟਾਈਮ ਆਪਦਾ ਮੈਂਟਲ ਉੱਥੇ ਪੂਰਾ, ਕਿਉਂਕਿ ਐਵੇਂ ਬਸ ਉਸਨੂੰ ਪੜ੍ਹਨਾ ਇੰਨਾ ਪੈਂਦਾ ਗਾ, ਤਾਂ ਤੁਸੀਂ ਪੂਰਾ ਆਪਦੇ ਦਿਨ ਰਾਤ ਤੁਸੀਂ ਆਪਦੀ ਪੜ੍ਹਾਈ ਕੀਤੀ। ਉਹਨਾਂ ਬੱਚਿਆਂ ਲਈ ਕੋਈ ਇੰਡੀਅਨ ਗੌਰਮੈਂਟ ਨੂੰ ਅਪੀਲ? ਕੋਈ ਤਾਂ ਇੰਡੀਅਨ ਗੌਰਮੈਂਟ ਨੂੰ ਮੈਂ ਆਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਈਦਰ ਉਹਨਾਂ ਬੱਚਿਆਂ ਲਈ ਕੋਈ ਨਾ ਕੋਈ ਸਲਿਊਸ਼ਨ ਹੋਵੇ ਇੱਧਰ, ਕਿ ਜੇ ਉੱਥੇ ਆਪਦੀ ਡਿਗਰੀ ਐਟਲੀਸਟ ਕੰਪਲੀਟ ਨਾ ਕਰ ਸਕਣ, ਕੋਈ ਇੱਥੇ ਕਰ ਸਕਣ, ਕਿ ਕੁਛ ਨਾ ਕੁਛ ਇਹੋ ਜਿਹਾ ਹੋਵੇ ਕਿ ਸਾਡਾ ਇੰਨੀ ਪੜ੍ਹਾਈ ਵੇਸਟ ਨਾ ਹੋਵੇ, ਕਿ ਐਟਲੀਸਟ ਸਾਨੂੰ ਇੱਥੇ ਕੁਛ ਉਹੀ ਸੇਮ ਕਾਲਜ, ਉਹੀ ਸੇਮ ਪ੍ਰੋਵੀਜ਼ਨ ਸਾਨੂੰ ਇੰਡੀਆ 'ਚ ਮਿਲ ਸਕੇ। ਕੋਈ ਵੀ ਇੰਡੀਆ ਛੱਡ ਕੇ ਨਹੀਂ ਜਾਊਗਾ ਜੇ ਉਹਨੂੰ ਇੱਥੇ ਕੋਈ ਪ੍ਰੋਵੀਜ਼ਨ ਮਿਲਦੀ ਪਈ ਆ ਚੰਗੀ ਤਰ੍ਹਾਂ ਇੱਥੇ, ਕਿਉਂਕਿ ਸਭ ਕੁਛ ਬਹੁਤ ਕਰਪਟਡ ਆ। ਅਤੇ ਉਹ ਮੇਰੀ ਅਪੀਲ ਤਾਂ ਹੀ ਆ ਗਵਰਨਮੈਂਟ, ਵੈਸੇ ਉਹਨਾਂ ਨੇ ਬਹੁਤ ਹੈਲਪ ਕੀਤੀ ਸਾਡੀ, ਬਸ ਥੋੜ੍ਹੀ ਉਹਨਾਂ ਨੂੰ ਹੋਰ ਰਿਕੁਐਸਟ ਹੈ ਕਿ ਜੇ ਉੱਥੇ ਨਹੀਂ ਠੀਕ ਹੁੰਦਾ ਤਾਂ ਜੋ 6th ਅਸੀਂ ਮਤਲਬ ਮੈਂ ਤਾਂ ਫਿਰ ਵੀ ਅਜੇ 2nd ਈਅਰ 'ਚ, ਮੈਂ ਉਹੀ ਕਹਿ ਰਿਹਾ ਨਾ ਕਿ ਮੈਨੂੰ ਬਹੁਤ ਬੁਰਾ ਲੱਗਦਾ ਜੋ 6th ਈਅਰ ਸੀਗੇ। ਕੁਝ ਮੈਂ ਹੁਣ ਸੋਚਿਆ ਕਿ ਮੈਂ 6th ਈਅਰ 'ਚ ਨਹੀਂ, ਮੇਰੇ ਤਾਂ ਕਿ ਨਹੀਂ ਖਰਾਬ ਹੋਣਾ ਸੀ ਕਿ ਮੈਨੂੰ ਡਿਗਰੀ ਇਸ ਸਾਲ ਮਿਲਣੀ ਆ ਅਤੇ ਮੈਨੂੰ ਆਹ ਹੋ ਗਿਆ। ਤਾਂ ਉਸ ਲਈ ਕਿ ਕੁਛ ਨਾ ਕੁਛ ਤਾਂ ਸਲਿਊਸ਼ਨ ਹੋਵੇ। ਦੋਸਤੋ, ਇਹ ਸਹਿਜਪ੍ਰੀਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੀ ਜਿਹੜੀ ਯੂਕਰੇਨ ਦੇ ਯੁੱਧ ਦੇ ਹਾਲਾਤਾਂ ਤੋਂ, ਯੁੱਧ ਦੇ ਮੈਦਾਨ ਦੇ ਵਿੱਚੋਂ
ਤੋਪਾਂ ਦਾ ਜਿਹੜੀ ਗੋਲਿਆਂ ਦੀ ਗੜਗੜਾਹਟ ਹੈ, ਟੈਂਕਾਂ ਦੀ ਗੜਗੜਾਹਟ ਦੀ ਆਵਾਜ਼ ਦੇ ਵਿੱਚੋਂ ਆਪਣੇ ਮਾਪਿਆਂ ਦੇ ਵਿੱਚ ਆਈ ਹੈ। ਤੁਸੀਂ ਸੁਣਿਆ ਇੱਕ ਬਹੁਤ ਹੀ ਗੰਭੀਰ ਗੱਲ ਸਹਿਜਪ੍ਰੀਤ ਨੇ ਕੀਤੀ ਹੈ, ਇੱਕ ਜਿਹੜੀ ਅਪੀਲ ਦੇ ਵਿੱਚ, ਕਿ ਜਿਹੜੇ ਬੱਚੇ ਉੱਧਰੋਂ ਆ ਰਹੇ ਨੇ ਆਪਣੀ ਪੜ੍ਹਾਈ ਛੱਡ ਕੇ, ਆਪਣਾ ਫਿਊਚਰ ਉਹਨਾਂ ਦਾ ਬਰਬਾਦ ਹੋਇਆ, ਇੱਧਰ ਜਿਹੜੀ ਇੰਡੀਆ ਗੌਰਮੈਂਟ ਹੈ ਇਹਨਾਂ ਬੱਚਿਆਂ ਦੇ ਲਈ ਵਿਸ਼ੇਸ਼ ਤੌਰ 'ਤੇ ਕੋਈ ਇੱਧਰ ਪਾਲਿਸੀ ਇਹਨਾਂ ਦੀ ਪੜ੍ਹਾਈ ਦੇ ਲਈ ਤੈਅ ਕਰੇ। ਸੋ ਆਓ ਸਾਰੇ ਜਣੇ ਰਲ ਕੇ ਦੁਆ ਕਰੀਏ ਕਿ ਹਾਲਾਤ ਨੇ ਜਿਹੜੇ ਜਲਦੀ ਆਮ ਵਰਗੇ ਹੋਣ, ਅਮਨ ਸ਼ਾਂਤੀ ਸਮੁੱਚੇ ਜਿਹੜੀ ਦੁਨੀਆ ਦੇ ਵਿੱਚ ਆਵੇ। ਤੁਸੀਂ ਵੇਖਦੇ ਰਹੋ G98।